ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ ਜਿਲਤ ਬੰਧਾਵਨ ਕਾਜ ਭੇਜਿਓ ਲਵਪੁਰ ਨਗਰ ਕੋ ਗੁਰੂ ਗਰੀਬ ਨਿਵਾਜ ਕਿਤਕ ਕਹਿਤ ਹੈ ਗ੍ਰੰਥ ਕੋ ਜਿਲਤ ਬੰਧਾਵਨ ਕਾਜ ਭੇਜਿਓ ਲਵਪੁਰ ਨਗਰ ਕੋ ਗੁਰੂ ਗਰੀਬ ਨਿਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ ਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਸਾਵਣ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਮਹਾਰਾਜ ਨੇ ਬੜੀ ਮਿਹਰਾਮਤ ਕੀਤੀ, ਜੋ ਖਾਲਸਾ ਜੀ ਗੁਰਸਿੱਖਾਂ ਦੇ ਘਰਾਂ ਅੰਦਰ ਜਨਮ ਦਿੱਤਾ ਹੈ ਔਰ ਸਾਨੂੰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਨਿਤਾ ਪ੍ਰਤੀ ਮਾਣਨ ਦੇ ਭਾਗ ਪ੍ਰਾਪਤ ਹੋ ਰਹੇ ਹੈ। ਆਨੰਦ ਮਾਣਦੇ ਹਾਂ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਅਬ ਕਲੂ ਆਇਓ ਰੇਕ, ਨਾਮ ਬੋਵਹ ਬੋਵਹ ਵਨ ਰੂਤ ਨਾਹੀ ਨਾਹੀ। ਮਤ ਭਰਮ ਪੂਲਹ ਪੂਲਹ, ਮਨ ਰੁੱਤ ਨਾਮ ਰੇ। ਇਹ ਨਾਮ ਜਪਣ ਦਾ ਰੁੱਤ ਵੇਲਾ ਉਹ ਸਰੀਰ ਹੈ, ਮਨੁੱਖਾ ਜਾਮਾ ਹੈ। ਤੋ ਵਡਭਾਗੇ ਹਾਂ ਨਿਤਾ ਪ੍ਰਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੀ ਸਿਫਤ ਸ਼ਲਾਘਾ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਪ੍ਰਸੰਗ ਆਪਾਂ ਸ਼ਰਵਣ ਕੀਤਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਦਇਆ ਕਰਦਿਆਂ ਹੋਇਆਂ ਜੀਵਾਂ ਦੀ ਕਲਿਆਣ ਵਾਸਤੇ ਬੜੀ ਮਿਹਰਾਮਤ ਕੀਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ਬਦ ਅਵਤਾਰ ਜਾਂ ਸ਼ਬਦ ਗੁਰੂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਕਾ ਸੰਗ੍ਰਹਿ ਕੀਤਾ, ਜਿਹਨੂੰ ਆਪਾਂ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਮ ਨਾਲ ਜਾਣਦੇ ਹਾਂ। ਮਹਾਰਾਜ ਨੇ ਸਰੂਪ ਸੰਪੂਰਨ ਹੋਣ ਤੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਭਾਈ ਰਾਮਸਰ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਪਹੁੰਚ ਕਰਕੇ ਦਰਸ਼ਨ ਦੀਦਾਰ ਕੀਤੇ ਜਾਣ। ਬੜੀ ਸੰਗਤ ਖਾਲਸਾ ਜੀ ਭੇਟਾਵਾਂ ਲੈ ਲੈ ਕੇ ਮਹਾਰਾਜ ਦੇ ਚਰਨੀ ਪੁੱਜ ਰਹੀ ਔਰ ਬੇਅੰਤ ਭੇਟਾਵਾਂ ਫੁੱਲਾਂ ਦੀਆਂ ਮਾਲਾ ਸਾਰੀਆਂ ਮਹਾਰਾਜ ਨੇ ਸੰਗਤਾਂ ਨੂੰ ਕਹਿ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨੀ ਭੇਂਟ ਕਰਵਾਈਆਂ। ਜਣਾ ਦਿੱਤਾ ਹੈ ਸੰਗਤਾਂ ਨੂੰ ਵੀ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਧੁਰ ਕੀ ਅਕਾਲ ਪੁਰਖ ਦੀ ਹੈ, ਇਹ ਸਾਡੀ ਵੀ ਗੁਰੂ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੋ ਇਸ ਤਰ੍ਹਾਂ ਮਹਾਰਾਜ ਦੇ ਦਰਸ਼ਨ ਦੀਦਾਰ ਸੰਗਤਾਂ ਕਰਦੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਹਿਜ ਪਾਠ ਸਾਹਿਬ ਆਰੰਭ ਹੋਇਆ। ਭਾਈ ਗੁਰਦਾਸ ਜੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਰਾ ਦਿਨ ਸੁਣਦੇ ਹਨ। ਰਾਤ ਨੂੰ ਸੁੱਖ ਆਸਣ ਹੋ ਜਾਂਦਾ ਹੈ, ਮਹਾਰਾਜ ਬਿਰਾਜ ਜਾਂਦੇ ਹੈ। ਇਸ ਤਰ੍ਹਾਂ ਖਾਲਸਾ ਜੀ ਬੜਾ ਸਮਾਂ ਬਤੀਤ, ਕੁਝ 1-2-4 ਦਿਨ ਲੰਘੇ। ਭਾਈ ਬੰਨੂ ਜੀ ਨਾਮ ਦਾ ਇੱਕ ਸਿੱਖ ਜਿਹੜਾ ਗੁਜਰਾਤ ਵਿੱਚ ਮਾਂਗਟ ਪਿੰਡ ਕਿਹਾ ਜਾਂਦਾ ਹੈ, ਉੱਥੋਂ ਦੇ ਰਹਿਣ ਵਾਲਾ ਇਹ ਗੁਰਸਿੱਖ ਜਿਹੜਾ ਭਾਈ ਬੰਨੂ ਅੰਮ੍ਰਿਤਸਰ ਸਾਹਿਬ ਪਹੁੰਚਿਆ। ਸੰਗਤ ਇਹਦੇ ਨਾਲ ਬਹੁਤ ਆਈ। ਮਹਾਰਾਜ ਦੇ ਦਰਸ਼ਨ ਕਰਨ ਤੋਂ ਉਪਰੰਤ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਜੇ ਆਪ ਜੀ ਦਾ ਹੁਕਮ ਹੋਵੇ ਸੱਚੇ ਪਾਤਸ਼ਾਹ ਜੀ ਤੇ ਦਇਆ ਕਰੋ, ਮੈਂ ਇਹ ਸਰੂਪ ਉੱਧਰ
ਗੁਜਰਾਤ ਵੰਨੀ ਲਿਜਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਉਣੇ ਲੋਚਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਨਾ ਹਾਂ ਕੀਤੀ ਨਾ ਕੀਤੀ, ਵਿਚਾਰ ਵਿੱਚ ਪੈ ਗਏ ਵੀ ਸਿੱਖ ਦਾ ਮਾਣ ਟੁੱਟ ਜਾਏਗਾ ਜੇ ਨਾ ਕਰ ਦਿੱਤੀ। ਜੇ ਸਰੂਪ ਦਿੰਦੇ ਹਾਂ ਤਾਂ ਇੱਥੇ ਸੰਗਤਾਂ ਨੇ ਵੀ ਦਰਸ਼ਨ ਦੀਦਾਰ ਕਰਨੇ ਆ, ਔਖਾ ਹੈ। ਫਿਰ ਸੋਚ ਵਿਚਾਰ ਕੇ ਮਹਾਰਾਜ ਕਹਿੰਦੇ ਭਾਈ ਬੰਨੋ, ਚਲੋ ਤੇਰਾ ਇਹਦਾ ਮਾਣ ਸਤਿਕਾਰ ਰੱਖਦੇ ਹਾਂ, ਅਰਦਾਸ ਤੇਰੀ ਜੋ ਕੀਤੀ ਉਹ ਬੇਨਤੀ ਅਸੀਂ ਪ੍ਰਵਾਨ ਕਰਦੇ ਵੀ, ਫਿਰ ਵੀ ਸਿੱਖ ਦਾ ਬਚਨ ਅਸੀਂ ਮੋੜਦੇ ਨਹੀਂ। ਸਰੂਪ ਲੈ ਜਾਓ ਅਤੇ ਇੱਕ ਰਾਤ ਉੱਥੇ ਘਰ ਪਿੰਡ ਰੱਖ ਲੈਣਾ ਅਤੇ ਫਿਰ ਇੱਥੇ ਪਹੁੰਚਦਾ ਕਰ ਦੇਣਾ। ਸਤਿਕਾਰ ਨਾਲ ਜਾਣਾ, ਸਤਿਕਾਰ ਨਾਲ ਆਉਣਾ। ਭਾਈ ਮੰਨੋ ਜੀ ਸਰੂਪ ਲੈ ਕੇ ਸੰਗਤਾਂ ਸਮੇਤ ਆਪਣੇ ਉੱਧਰ ਗੁਜਰਾਤ ਨੂੰ ਚਲੇ ਗਏ। ਫਿਰ ਮਨ ਵਿੱਚ ਵਿਚਾਰ ਆਇਆ ਵੀ ਸਰੂਪ ਦਾ ਉਤਾਰਾ ਨਾ ਕਰ ਲਈਏ, ਵੀ ਇੱਕ ਹੋਰ ਸਰੂਪ ਲਿਖਿਆ ਜਾਵੇ ਇਹਦੇ ਤੋਂ ਵੇਖ ਕੇ, ਤਾਂ ਕਿ ਸੰਗਤਾਂ ਨੂੰ ਥੋੜ੍ਹਾ ਸੌਖਾ ਹੋ ਜਾਵੇ, ਉੱਧਰ ਦੀਆਂ ਸੰਗਤਾਂ ਵੀ ਦਰਸ਼ਨ ਕਰ ਲੈਣ। ਫਿਰ ਵਿਚਾਰ ਆਇਆ ਵੀ ਮਹਾਰਾਜ ਨੇ ਤਾਂ ਇੱਕ ਰਾਤ ਦਾ ਸਮਾਂ ਦਿੱਤਾ, ਵੀ ਇੱਕ ਰਾਤ ਵਿੱਚ ਤਾਂ ਸਰੂਪ ਨਹੀਂ ਨਾ ਲਿਖਿਆ ਜਾ ਸਕਦਾ ਸਾਰਾ। ਇਹ ਫਿਰ ਬੜਾ ਵਿਉਂਤੀ ਸੀ ਵਿਚਾਰ ਦਾ, ਵੀ ਮਹਾਰਾਜ ਨੇ ਇਹ ਆਖਿਆ ਵੀ ਇੱਕ ਰਾਤ ਘਰ ਵਿੱਚ ਰੱਖਣਾ ਸਰੂਪ, ਅਤੇ ਆਪਾਂ ਘਰ ਵਿੱਚ ਸੱਚਿਓ ਇੱਕ ਰਾਤ ਹੀ ਰੱਖਾਂਗੇ। ਕੋਹ 'ਤੇ ਫਿਰ ਇਹਨੇ ਪੜਾਅ ਕਰ ਲਿਆ ਸੀ ਖਾਲਸਾ ਜੀ, ਵੀ ਕੋਹ ਤੁਰ ਪੈਣਾ, ਫਿਰ ਉੱਥੇ ਰਾਤ ਰਹਿ ਪੈਣਾ। ਪਿੰਡ ਇੱਕ ਰਾਤ ਹੀ ਲਾਈ, ਅੱਧਾ ਸਰੂਪ ਜਾਂਦਿਆਂ ਲਿਖਵਾ ਲਿਆ ਅਤੇ ਇੱਕ ਰਾਤ ਪਿੰਡ ਆਪਦੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਇੱਕ ਰਾਤ ਉੱਥੇ ਰੱਖ ਕੇ ਮਾਂਗਟ ਪਿੰਡ ਵਿੱਚ, ਅਤੇ ਅੱਧਾ ਸਰੂਪ ਆਉਂਦਿਆਂ ਲਿਖਵਾ ਲਿਆ। ਉਹ ਵੀ ਹੌਲੀ ਹੌਲੀ ਇੱਕ ਰਾਤ ਪੜਾਅ ਕਰ ਕਰਕੇ ਕੋਹ 'ਤੇ ਜਦੋਂ ਪਹੁੰਚਿਆ ਤਾਂ 2 ਸਰੂਪ ਲੈ ਕੇ ਆਇਆ ਸੀ ਭਾਈ ਬੰਨੋ। ਇੱਕ ਭਾਈ ਬੰਨੋ ਸਾਹਿਬ ਵਾਲੀ ਜਿਹੜੀ ਬੀੜ ਉਹ ਪ੍ਰਚਲਿਤ ਹੈ ਪੰਥ ਅੰਦਰ ਪੁਰਾਤਨ, ਇੱਕ ਜਿਹਨੂੰ ਹੁਣ ਕਰਤਾਰਪੁਰ ਸਾਹਿਬ ਦੀ ਬੀੜ ਆਖਦੇ ਆ, ਜਿਹੜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ ਸੀ। ਤੋ ਇਸ ਤਰ੍ਹਾਂ ਖਾਲਸਾ ਜੀ ਫਿਰ ਭਾਈ ਬੰਨੋ ਜੀ ਪਹੁੰਚੇ, ਬੜਾ ਉਤਸ਼ਾਹ ਕੀਤਾ ਗਿਆ। ਮਹਾਰਾਜ ਨੇ ਬੜੇ ਵਰਦਾਨ ਦਿੱਤੇ, ਗੁਰਬਾਣੀ ਪੜ੍ਹਨ ਦਾ ਫਲ ਦੱਸਿਆ, ਸੁਣਨ ਦਾ ਫਲ ਦੱਸਿਆ, ਇਹਦਾ ਅਦਬ ਭੈ ਸਤਿਕਾਰ ਕਿਵੇਂ ਰੱਖਣਾ ਸੰਗਤਾਂ ਨੂੰ ਸਮਝਾਇਆ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਖੁਸ਼ੀਆਂ ਪ੍ਰੇਮ ਮਨਾਉਂਦੀਆਂ ਸੰਗਤਾਂ ਜੋੜ ਮੇਲਾ ਕਰਕੇ ਆਪਣੇ ਘਰਾਂ ਨੂੰ ਪਰਤ ਗਈਆਂ। ਇਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਜਿਵੇਂ ਪ੍ਰਸੰਗ ਸੁਣਿਆ। ਅੱਗੇ ਫਿਰ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਨੇ ਮਰਿਆਦਾ ਦ੍ਰਿੜ ਕਰਵਾਈ ਸਿੱਖਾਂ ਨੂੰ ਗੁਰਬਾਣੀ ਪੜ੍ਹਨ ਦੀ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿਮਿੱਤ ਕੁਝ ਮਰਿਆਦਾ ਦੱਸੀ, ਉਹਦਾ ਖਾਲਸਾ ਜੀ ਪ੍ਰਸੰਗ ਅੱਗੇ ਆਰੰਭ ਹੋ ਰਿਹਾ ਹੈ। ਜਿਵੇਂ ਪ੍ਰਸੰਗ ਆਉਂਦਾ ਹੈ ਸੁਣੀਏ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਰੂਪ ਜਿਵੇਂ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੁਭਾਏਮਾਨ ਕੀਤੇ ਗਏ, ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥੀ ਸਾਹਿਬ ਥਾਪਿਆ ਗਿਆ, ਹੈੱਡ ਗ੍ਰੰਥੀ ਜਿਹਨੂੰ ਹੁਣ ਕਹਿੰਦੇ ਆ। ਸ਼੍ਰੋਮਣੀ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਕੀਤਾ। ਪਹਿਲਾ ਹੁਕਮ ਆਇਆ ਸਿੱਖ ਪੰਥ ਅੰਦਰ, ਉਹ ਸਾਰਾ ਪ੍ਰਸੰਗ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਉਂਦਿਆਂ ਹੋਇਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ। ਤੋ ਇਸ ਤਰ੍ਹਾਂ ਕਵੀ ਜੀ ਦੱਸਦੇ, ਕਹਿੰਦੇ ਭਾਈ ਬੰਨੋ ਜੀ ਉਹ ਬੀੜ ਲੈ ਗਏ ਸੀ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਗੁਜਰਾਤ ਆਪਦੇ ਉੱਧਰ ਪਿੰਡ ਮਾਂਗਟ। ਰਾਹ ਵਿੱਚ ਉਹਨਾਂ ਉਤਾਰਾ ਕਰ ਲਿਆ, ਅੱਧਾ ਆਉਂਦਿਆਂ ਅੱਧਾ ਜਾਂਦਿਆਂ, ਅਤੇ ਫਿਰ ਮਹਾਰਾਜ ਦੇ ਪਾਸ 2 ਸਰੂਪ ਲੈ ਕੇ ਪਹੁੰਚਿਆ। ਇਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਡਾ ਖਿਆਲ ਹੈ, ਅਤੇ ਕੁਝ ਕੁ ਜਿਹੜੇ ਹੈ ਕਿਤਕ ਕਹਿਤ ਹੈ,
ਕੁਝ ਕੁ ਕਵੀ ਲੋਕ ਇਤਿਹਾਸਕਾਰ ਇਸ ਤਰ੍ਹਾਂ ਵੀ ਕਹਿੰਦੇ ਆ ਜਿਲਤ ਬੰਧਾਵਨ ਕਾਜ। ਵੀ ਭਾਈ ਬੰਨੋ ਜੀ ਜਿਲਤ ਬਣਾਉਣ ਵਾਸਤੇ ਇਹ ਸਰੂਪ ਵੀ ਆਪਦੇ ਪਿੰਡ ਦਰਸ਼ਨਾਂ ਨੂੰ ਨਹੀਂ ਲੈ ਕੇ ਗਏ ਸੀ, ਜਿਲਤ ਬਣਾਉਣ ਦੇ ਵਾਸਤੇ ਲਾਹੌਰ ਲੈ ਕੇ ਗਏ ਸਨ। ਤੇ ਉਹ ਸਾਧ ਸੰਗਤ ਜੀ, ਉਹ ਕਵੀ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਵਿੱਚ ਇਹ ਲਿਖਿਆ ਵੀ ਭਾਈ ਬੰਨੋ ਜੀ ਇਸ ਜਿਲਤ ਬਣਾਉਣ ਵਾਸਤੇ ਸਰੂਪ ਦੀ ਲੈ ਕੇ ਗਏ ਸੀ। ਤੇ ਕੁਝ ਹੋਰ ਇੱਕ ਦੋ ਕਵੀਆਂ ਨੇ ਉਹ ਥੋੜ੍ਹਾ ਐਂ ਲਿਖਿਆ ਵੀ ਜਦੋਂ ਜਹਾਂਗੀਰ ਨੂੰ ਸ਼ਿਕਾਇਤਾਂ ਬਹੁਤ ਹੋਣ ਲੱਗੀਆਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਾ ਰਿਹਾ ਹੈ, ਉਹਦੇ ਵਿੱਚ ਮੁਸਲਮਾਨਾਂ ਜਾਂ ਇਸਲਾਮ ਦੇ ਖਿਲਾਫ ਕੁਝ ਲਿਖਿਆ ਜਾ ਰਿਹਾ ਹੈ, ਤੇ ਉਹ ਜਿਹੜਾ ਹੈ ਤੁਸੀਂ ਮਾੜਾ ਜਿਹਾ ਨਿਗਾਹ ਮਾਰੋ ਵੀ ਕੋਈ ਸਖਤਾਈ ਕਰੋ। ਸ਼ਿਕਾਇਤਾਂ ਜਾਣ ਲੱਗੀਆਂ ਸਿੱਖ ਵਿਰੋਧੀ ਜਿਹੜੇ ਕੋ ਅਨਸਰ ਸਨ। ਜਹਾਂਗੀਰ ਫਿਰ ਇੱਥੇ ਲਾਹੌਰ ਆਇਆ ਸੀ ਕਹਿੰਦੇ, ਤੇ ਉਦੋਂ ਇਹ ਮੰਗਵਾਇਆ ਸੀ ਪਾਵਨ ਸਰੂਪ ਵੀ ਲਾਹੌਰ ਸਾਨੂੰ ਜਿਹੜਾ ਅਸੀਂ ਵੇਖਣਾ ਚਾਹੁੰਦੇ ਹਾਂ, ਕਿਉਂਕਿ ਸਮੇਂ ਦਾ ਰਾਜਾ ਹੈ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸਵਾਰੇ ਬੜੀ ਸ਼ਾਨੋ ਸ਼ੌਕਤ ਨਾਲ ਇੱਥੇ ਲਾਹੌਰ ਗਏ ਸਨ। ਉੱਥੇ ਜਿਹੜਾ ਹੈ ਫਿਰ ਜਦੋਂ ਆਖਿਆ ਵੀ ਸਾਡੇ ਬਾਬਤ ਇਹ ਲਿਖਿਆ ਹੈ, ਤੋ ਜਿਵੇਂ ਉਹ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾਲ ਸਨ, ਤੇ ਉਹ ਸਰੂਪ ਪ੍ਰਕਾਸ਼ ਕੀਤਾ ਵੀ ਤੁਸੀਂ ਆਪ ਹੀ ਵੇਖ ਲਓ। ਜਦੋਂ ਪ੍ਰਕਾਸ਼ ਕੀਤਾ ਫਿਰ ਉਹ ਜਿਵੇਂ ਸ਼ਬਦ ਆਉਂਦੇ ਆ ਉਹ ਫਾਰਸੀ ਦੇ, ਜਾਂ ਕਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਗੁਰੂ ਨਾਨਕ ਪਾਤਸ਼ਾਹ ਦੇ। ਫਿਰ ਕਿਸੇ ਆਖਿਆ ਨਹੀਂ ਮਹਾਰਾਜ ਇਹਨਾਂ ਤਾਂ ਜਾਣ ਕੇ ਉਹ ਨਿਸ਼ਾਨੀ ਲਾ ਕੇ ਰੱਖਿਆ ਹੋਣਾ ਸ਼ਬਦ ਤੁਹਾਨੂੰ ਪ੍ਰਸੰਨ ਕਰਨ ਵਾਸਤੇ, ਇੱਕ ਵਾਰੀ ਹੋਰ ਇਹਨਾਂ ਨੂੰ ਕਹਿ ਪ੍ਰਕਾਸ਼ ਕਰਨ। ਫਿਰ ਸਰੂਪ ਦੇ ਅੰਗ ਜਦੋਂ ਹੋਰ ਪ੍ਰਕਾਸ਼ ਕੀਤੇ, ਫਿਰ ਜਿਵੇਂ ਅੱਲਾਹ ਪਾਕ ਪਾਕ ਹੈ ਇਹੋ ਜਿਹੇ ਸ਼ਬਦ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਇਹੋ ਜਿਹੇ ਸ਼ਬਦ ਆਏ। ਫਿਰ ਇਹ ਜਹਾਂਗੀਰ ਨੂੰ ਨਿਸ਼ਾ ਹੋ ਗਈ ਸੀ ਵੀ ਇਹ ਤਾਂ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਹੈ ਉਹ, ਜਾਂ ਉਹ ਅੱਲਾਹ ਦਾ ਸੁਨੇਹਾ ਦੇਣ ਵਾਲਾ ਇਹ ਕਲਾਮਾਂ ਇਹਦੇ ਵਿੱਚ ਜਾਂ ਕੋਈ ਸ਼ਬਦ ਲਿਖੇ ਹਨ। ਤੋ ਇਸ ਤਰ੍ਹਾਂ ਇਹ ਦੋ ਪ੍ਰਚਲਿਤ ਨੇ ਇੱਥੇ ਵੀ ਇੱਕ ਤਾਂ ਭਾਈ ਬੰਨੋ ਜੀ ਕਵੀ ਜੀ ਕਹਿੰਦੇ, ਕਵੀ ਅਨੁਸਾਰ ਐਂ ਆ ਵੀ ਮਾਂਗਟ ਪਿੰਡ ਸੰਗਤਾਂ ਨੂੰ ਦਰਸ਼ਨ ਕਰਾਉਣ ਸਰੂਪ ਲੈ ਕੇ ਗਏ। ਦੂਜਾ ਕੁਝ ਕਵੀ ਜੀ ਕਹਿੰਦੇ ਲਿਖਦੇ ਆ ਵੀ ਗ੍ਰੰਥ ਦੀ ਜਿਲਤ ਬਣਾਉਣ ਵਾਸਤੇ ਭਾਈ ਬੰਨੋ ਜੀ ਲੈ ਕੇ ਗਏ ਸਨ ਸਰੂਪ ਨੂੰ। ਤੇ ਇਸ ਤਰ੍ਹਾਂ ਉਹ ਇਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ। ਤੋ ਅੱਗੇ ਕਵੀ ਜੀ ਦੱਸਦੇ ਆ ਭੇਜਿਓ ਲਵਪੁਰ ਨਗਰ ਕੋ। ਕਿ ਸਤਿਗੁਰਾਂ ਨੇ ਆਪ ਭਾਈ ਬੰਨੋ ਨੂੰ ਲਾਹੌਰ ਨੂੰ ਭੇਜਿਆ ਸੀ ਜਿਲਤ ਬਣਾਉਣ ਵਾਸਤੇ। ਗੁਰੂ ਗਰੀਬ ਨਿਵਾਜ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਗਰੀਬਾਂ ਨੂੰ ਨਿਵਾਜਣ ਵਾਲੇ ਐ, ਤਹ ਆਵਤ ਜਾਤੇ ਲਿਖਿਓ। ਤੇ ਜਿਲਤ ਬਣਾਉਣ ਗਏ ਜਾਂਦਿਆਂ ਆਉਂਦਿਆਂ ਭਾਈ ਬੰਨੋ ਜੀ ਨੇ ਸਰੂਪ ਇੱਕ ਹੋਰ ਲਿਖ ਲਿਆ ਹੈ ਸੀ। ਬੰਨੋ ਗ੍ਰੰਥ ਦੁਤੀਯ। ਭਾਈ ਬੰਨੋ ਜੀ ਨੇ ਦੂਜਾ ਗ੍ਰੰਥ, ਭਾਈ ਬੰਨੋ ਵਾਲੀ ਜਿਹੜੀ ਹੁਣ ਬੀੜ ਹੈ, ਇਹ ਗ੍ਰੰਥ ਲਾਹੌਰ ਜਿਲਤ ਬਣਾਉਣ ਗਿਆ ਲਿਖ ਲਿਆ ਸੀ। ਇਹ ਕਵੀ ਜੀ ਕਹਿੰਦੇ ਕੁਝ ਦਾ ਇਉਂ ਮੰਨਣਾ ਹੈ ਸਭ ਵਿਦ ਉੱਤਮ ਥੀ। ਤੇ ਇਸ ਤਰ੍ਹਾਂ ਜਿਹੜੀ ਉਹ ਸਭ ਵਿਧੀਆਂ ਜਿਹੜੀਆਂ ਉੱਤਮ ਹੈ ਵੀ ਬੜੀ ਸਾਰੀ ਵਿਧੀ ਨਾਲ ਹੀ ਇਹ ਗੱਲ ਉੱਤਮ, ਚਾਹੇ ਕਵੀ ਜੀ ਕਹਿੰਦੇ ਉਹ ਮੰਨ ਲਈਏ, ਪਰ ਸਰੂਪ ਦੂਜਾ ਇਸੇ ਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਰੂਪ ਨੂੰ ਵੇਖ ਕੇ ਲਿਖਿਆ ਗਿਆ। ਤੋ ਅੱਗੇ ਕਵੀ ਜੀ ਦੱਸਦੇ ਹਨ ਵੀ ਸਤਿਗੁਰਾਂ ਦੀ ਮਹਿਮਾ ਸਾਰੇ ਤਰ੍ਹਾਂ ਦੇ ਨਾਲ ਹੀ ਉੱਤਮ ਟਿਕਦੀ ਹੈ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਉਨੀ ਹੈ, ਚਾਹੇ ਉਹ ਸਾਖੀ ਮੰਨ ਲਓ ਤੇ ਚਾਹੇ ਸਾਡੇ ਦੱਸੇ ਅਨੁਸਾਰ ਮੰਨ ਲਓ ਜੀ। ਸਵਈਆ ਸੰਮਤ 1661 ਹੈ। ਤੇ ਸੰਮਤ 1600 ਬਿਕਰਮੀ ਸੰਮਤ ਜਿਹੜਾ ਹੈ 1 ਤੇ 60 ਹੈ 61, 1661 ਬਿਕਰਮੀ ਸੰਮਤ ਹੈ ਸੀ। ਭਾਦਵ ਕੀ ਸੁਧ ਏਕਮ ਜਾਨੋ। ਤੇ ਭਾਦਰੋਂ ਦਾ ਮਹੀਨਾ ਤੇ ਚਾਨਣੇ ਪੱਖ ਦੀ ਏਕਮ ਹੈ ਸੀ, ਮੱਸਿਆ ਤੋਂ ਅਗਲਾ ਦਿਨ ਹੈ ਸੀ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਬਿਕਰਮੀ ਸੰਮਤ 1661 ਭਾਦੋਂ ਦੀ ਸੁਦੀ ਪਹਿਲੀ ਤੋ ਏਕਮ ਨੂੰ ਇਹ ਗ੍ਰੰਥ ਸੰਪੂਰਨ ਕੀਤਾ ਹੈ ਸੀ। ਮਹਾ ਉਤਸਾਹ ਗੁਰੂ ਘਰ ਠਾਨੋ। ਜਦੋਂ ਗ੍ਰੰਥ ਸੰਪੂਰਨ ਹੋ ਗਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਗਈ ਰਾਗਮਾਲਾ ਤੱਕ,
ਤੇ ਗੁਰੂ ਘਰ ਵਿੱਚ ਬੜਾ ਉਤਸ਼ਾਹ ਤੇ ਇਸ ਤਰ੍ਹਾਂ ਬੜੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਸੰਗਤ ਦੇਸ਼ ਵਿਦੇਸ਼ਣ ਕੀ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪਹੁੰਚ ਰਹੀਆਂ ਹਨ। ਸੁਨ ਕੈ ਮਨ ਆਨੰਦ ਦੀਰਘ ਮਾਨੋ। ਜਿਹੜਾ ਸੁਣਦਾ ਹੈ ਵੀ ਸਤਿਗੁਰਾਂ ਨੇ ਇੱਕ ਪਾਵਨ ਜਹਾਜ਼ ਤਿਆਰ ਕੀਤਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜਿਹਦੀ ਬਾਣੀ ਸੁਣਨ ਦਾ ਬੜਾ ਆਨੰਦ ਹੈ, ਦਰਸ਼ਨਾਂ ਦਾ ਬੜਾ ਆਨੰਦ ਹੈ, ਤੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਗਤ ਦਰਸ਼ਨ ਕਰਨ ਵਾਸਤੇ ਆਨੰਦ ਦੇ ਨਾਲ ਖੁਸ਼ੀ ਨਾਲ ਪਹੁੰਚ ਰਹੀ ਹੈ। ਦੇਖਨ ਆਵਤ ਭਾਉ ਬਧਾਵਤ, ਬੜਾ ਪ੍ਰੇਮ ਵਧਾ ਵਧਾ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਹਨ। ਕੋ ਲਿਖ ਬਾਵਨ ਕੋ ਹਿਤ ਬਾਨੋ। ਕੋਈ ਪ੍ਰੇਮੀ ਲਿਖਾਉਣ ਵਾਸਤੇ ਵੀ ਆਉਂਦਾ ਵੀ ਇੱਕ ਹੋਰ ਸਰੂਪ ਲਿਖ ਲਿਆ ਜਾਵੇ, ਜਾਂ ਕੁਝ ਬਾਣੀ ਉਤਾਰ ਲਈ ਜਾਵੇ ਪੋਥੀ ਰੂਪ ਵਿੱਚ, ਵੀ ਘਰ ਜਾ ਕੇ ਆਸਾ ਦੀ ਵਾਰ ਸੁਖਮਣੀ ਸਾਹਿਬ ਇਹੋ ਜੀ ਬਾਣੀ ਪੜ੍ਹ ਲਿਆ ਕਰਾਂਗੇ। ਬੰਨੋ ਆਦਿਕ ਹੈ ਸਿੱਖ ਸੰਗਤ, ਬਾਕੀ ਜਿਹੜੇ ਭਾਈ ਬੰਨੋ ਜੀ ਤੋਂ ਆਦਿਕ ਹੋਰ ਸਿੱਖ ਸੰਗਤਾਂ ਹਨ, ਸ਼੍ਰੀ ਗੁਰ ਬੈਠ ਦੀਵਾਨ ਲਗਾਇਓ। ਉਹ ਬੈਠੀਆਂ ਹੋਈਆਂ ਸੰਗਤਾਂ, ਭਾਈ ਬੰਨੋ ਜੀ ਵੀ ਬੈਠੇ ਹੋਏ ਐ। ਸਤਿਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਦੀਵਾਨ ਸਜਾ ਕੇ ਵਿੱਚ ਬੈਠੇ ਹਨ। ਸ਼੍ਰੀ ਹਰਿ ਗੋਬਿੰਦ ਪਾਸ ਬਿਰਾਜਤ, ਤੇ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਵੀ ਸੋਭਾ ਪਾ ਰਹੇ ਬੈਠੇ ਹੋਏ। ਚੰਦ ਮਨੋ ਪਰਵਾਰ ਸੁਹਾਇਓ। ਗੁਰੂ ਅਰਜਨ ਦੇਵ ਮਹਾਰਾਜ ਦੀ ਇੰਨੀ ਸੋਭਾ ਹੈ, ਜਿਵੇਂ ਚੰਦ ਨੂੰ ਆ ਕਈ ਵਾਰਾਂ ਧੁੰਦ ਜੀ ਲੱਗਦੀ ਨਾ ਗੋਲ ਗੋਲ ਉੱਤੇ, ਜਿਹਨੂੰ ਪ੍ਰਵਾਲ ਕਹਿੰਦੇ ਆ। ਕਹਿੰਦੇ ਜਿਵੇਂ ਚੰਦਰਮਾ ਪ੍ਰਵਾਲ ਨੇ ਘੇਰਿਆ ਹੈ, ਸਤਿਗੁਰੂ ਰੂਪ ਚੰਦਰਮਾ ਨੂੰ ਸੰਗਤਾਂ ਰੂਪੀ ਪ੍ਰਵਾਲ ਨੇ ਘੇਰ ਕੇ ਤੇ ਐਂ ਚਫੇਰੇ ਸੰਗਤਾਂ ਬੈਠੀਆਂ ਹਨ। ਸੀਖ ਲੱਗੇ ਸਭ ਕੋ ਤਬ ਦੇਵਨ, ਸਤਿਗੁਰੂ ਮਹਾਰਾਜ ਸੋਹਣਾ ਉਪਦੇਸ਼ ਸਿੱਖਿਆ ਮਤ ਸਿੱਖਾਂ ਨੂੰ ਦੇਣ ਲੱਗ ਪਏ ਐ। ਸ਼੍ਰੇਅ ਭਰਿਓ ਬਚ ਜਾਂ ਫੁਰਮਾਇਓ। ਮਹਾਰਾਜ ਨੇ ਸ਼੍ਰੇ ਮੁਕਤੀ ਦੇ ਨਾਲ ਭਰੇ ਹੋਏ ਬਚਨ ਫਿਰ ਸਿੱਖਾਂ ਨੂੰ ਇੱਥੇ ਰਾਮਸਰ ਸਾਹਿਬ ਦੱਸਣੇ ਕੀਤੇ ਐ। ਗ੍ਰੰਥ ਜਹਾਜ ਸੁਭਾਉ ਜਲ ਕੋ ਤਾਰ, ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਰੂਪ ਨਹੀਂ ਜਹਾਜ਼ ਹੈ, ਸੰਸਾਰ ਸਮੁੰਦਰ ਨੂੰ ਲੰਘਣ ਵਾਸਤੇ। ਤਰ ਜਾਤ ਸੁਖੇਨ ਜਿਨੀ ਚਿਤ ਲਾਇਓ। ਇਸ ਦੀ ਬਾਣੀ ਨੂੰ ਜਿਨ੍ਹਾਂ ਨੇ ਚਿੱਤ ਲਾਇਆ ਜਾਂ ਚਿੱਤ ਵਿੱਚ ਵਸਾਇਆ ਹੈ, ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ, ਭਾਵ ਮੁਕਤ ਹੋ ਜਾਣਗੇ, 84 ਦਾ ਗੇੜ ਟੁੱਟ ਜਾਵੇਗਾ। ਸ਼੍ਰੀ ਗੁਰ ਕੇਰ ਸਰੀਰ ਜੋ ਸਭ, ਜਿਹੜੇ ਦਾ 4 ਪਾਤਸ਼ਾਹੀਆਂ ਦੇ ਸਰੀਰ ਹੈ ਸਾਡੇ ਤੋਂ ਬਿਨਾਂ, ਜਾਂ ਸਾਡੇ ਸਮੇਤ 5 ਪਾਤਸ਼ਾਹੀਆਂ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਸਤਿਗੁਰਾਂ ਦਾ ਸਰੂਪ ਹੈ। ਥਾਨ ਸਮੈ ਸਭ ਨਾ ਦਰਸਹਿ, ਉਹ ਸਭ ਸਮੇਂ ਵਿੱਚ ਤੇ ਸਾਰਿਆਂ ਥਾਵਾਂ ਤੇ ਸੰਗਤਾਂ ਇੱਕੋ ਵਾਰੀ, ਹੁਣ ਜਿਵੇਂ ਮਹਾਰਾਜ ਕਹਿੰਦੇ ਸਾਡੇ ਦਰਸ਼ਨ ਕਿਸੇ ਨੇ ਕਰਨੇ ਆ, ਸਾਰਿਆਂ ਥਾਵਾਂ ਤੇ ਇੱਕੋ ਵਾਰੀ ਦਰਸ਼ਨ ਨਹੀਂ ਹੋ ਸਕਦੇ ਸਨ। ਗ੍ਰੰਥ ਰਿਦਾ ਗੁਰੂ ਕੋ ਇਹ ਜਾਨਹ, ਇਸ ਲਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਹੈ। ਤੇ ਇਉਂ ਜਾਣਨਾ ਸਾਧ ਸੰਗਤ ਜੀ ਵੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨਾਨਕ ਹੈ, ਗੁਰੂ ਗ੍ਰੰਥ ਸਾਹਿਬ ਹੀ ਗੁਰੂ ਅੰਗਦ ਪਾਤਸ਼ਾਹ ਹਨ, ਗੁਰੂ ਗ੍ਰੰਥ ਸਾਹਿਬ ਹੀ ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਅਸੀਂ ਹਾਂ। ਸਾਡਾ ਰਿਦਾ ਕਲੇਜਾ ਰਿਦਾ ਜਾਣੋ, ਗੁਰੂ ਗ੍ਰੰਥ ਸਾਹਿਬ ਗੁਰੂ ਦਾ ਰਿਦਾ ਹੈ। ਉਤਮ ਹੈ ਸਭ ਕਾਲ ਰਹਿ ਹੈ, ਤੇ ਸ਼੍ਰੇਸ਼ਟ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾਰੇ ਸਮਿਆਂ ਵਿੱਚ ਰਹਿਣ ਵਾਲਾ ਹੈ। ਇਹ ਪਾਵਨ ਸਰੂਪ ਜੁਗੋ ਜੁਗ ਅਟਲ ਹੋਵੇਗਾ। ਮੇਰੇ ਸਰੂਪ ਤੇ ਜਾਤੇ ਹੈ ਦੀਰਗ, ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਪਾਵਨ ਸਾਡੇ ਤੋਂ ਵੀ ਵੱਡੇ ਹੈ, ਸਾਡੇ ਸਰੂਪ ਤੋਂ ਵੀ ਸੰਗਤਾਂ ਵੱਡਾ ਕਰਕੇ ਪੂਜਿਆ ਕਰਨਗੀਆਂ। ਸਾਹਿਬ ਜਨ ਅਦਾਇਬ ਕਹਿ, ਸਭ ਦੇ ਮਾਲਕ, ਸਾਡੇ ਵੀ ਮਾਲਕ ਜਾਣ ਕੇ ਇਸ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੁਸੀਂ ਸਾਰਿਆਂ ਨੇ ਪੂਜਣਾ ਹੈ, ਸਤਿਕਾਰ ਅਦਬ ਕਰਨਾ ਹੈ। ਪੂਜਾ ਹੋ ਚੰਦਨ ਕੇਸਰ ਕੋ ਕਸ, ਇਹਦੀ ਪੂਜਾ ਕਰਨੀ ਹੈ, ਚੰਦਨ ਛਿੜਕਿਆ ਕਰਨਾ ਹੈ, ਕੇਸਰ ਆਦਿਕ ਘਸਾ ਘਸਾ ਕਰਕੇ ਲੇਪਣ ਬਣਾ ਕੇ ਜਾਂ ਚੰਦਨ ਕੇਸਰ ਮਿਲਾ ਮਿਲਾ ਕੇ, ਧੂਪ ਤੁਖਾਏ ਕੈ ਫੂਲ ਚੜੈ ਹੈ, ਧੂਫਾਂ ਤਖਾਉਣੀਆਂ ਕਰਨੀਆਂ ਨੇ, ਅਦਬ ਸਤਿਕਾਰ ਕਰਨਾ ਹੈ,
ਫੁੱਲ ਚੜਾਇਆ ਕਰਨੇ ਹਨ। ਜੋ ਲਿਖ ਲੇਹ ਭਲੇ ਤਬ ਸੋਧਾ ਹੈ। ਜੇ ਕੋਈ ਲਿਖ ਲਵੇ ਗੁਰੂ ਗ੍ਰੰਥ ਸਾਹਿਬ ਦਾ, ਇਹਨੂੰ ਵੇਖ ਕੇ ਹੋਰ ਸਰੂਪ ਲਿਖੇਗਾ। ਲਿਖਣ ਤੋਂ ਬਾਅਦ ਜਿਹੜਾ ਵੀ ਸਿੱਖ ਸਰੂਪ ਲਿਖੇ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਅੱਖਰ ਨਾਲ ਅੱਖਰ, ਸ਼ਬਦ ਨਾਲ ਸ਼ਬਦ ਮਿਲਾਵੇ, ਲਗ ਮਾਤਰਾ ਚੰਗੀ ਤਰ੍ਹਾਂ ਸੋਧ ਵਿਚਾਰ ਲਿਆ ਕਰੇ। ਅੱਖਰ ਸੋ ਲੱਗ ਕੀ ਚੁੱਕ ਵੀ ਸਾਈ। ਕੋਈ ਅੱਖਰ ਵੱਧ ਘੱਟ ਨਹੀਂ ਲਿਖਣਾ। ਇੱਥੋਂ ਤੀਕਰ ਕਿ ਇੱਕ ਬਿੰਦੀ ਔਰ ਇੱਕ ਮਾਤਰਾ ਦੀ ਵੀ ਚੌਕਸਾਈ ਪੂਰੀ ਐਨ ਜਿਹੜੀ ਵੈ ਉਹ ਚੌਕਸਾਈ ਰੱਖਣੀ ਹੈ, ਪੂਰੀ ਚੁਸਤੀ ਰੱਖਣੀ, ਵੀ ਇੱਕ ਬਿੰਦੀ ਵੀ ਲਿਖਤ ਤੋਂ ਵੱਧ ਨਾ ਲੱਗੇ। ਤੇ ਉਹ ਸਾਧ ਸੰਗਤ ਜੀ ਹੁਣ ਵੇਖ ਲਓ, ਇੱਥੇ ਭਾਗ ਪਏ ਆ, ਇੱਥੇ ਚਤਰ ਸਿੰਘ ਜੀਵਨ ਸਿੰਘ ਕਿਆ ਛਾਪੇ ਆ ਅੰਮ੍ਰਿਤਸਰ ਸਾਹਿਬ ਦੀ ਪ੍ਰੈਸ ਵਾਲਿਆਂ ਨੇ। ਤੇ ਉਹ ਇੱਥੇ ਉਹ 2 ਭਾਗ ਹੈ, ਤੇ ਉਹਨਾਂ ਵਿੱਚੋਂ ਕਈ ਥਾਂ ਤੇ ਇਹੋ ਜਿਹਾ ਵੀ ਜਿੱਥੇ ਕੱਲ੍ਹ ਹੀ ਬੱਚੇ ਸੰਥਿਆ ਕਰਦੇ ਸੀ, ਉਹਦੇ ਵਿੱਚ ਇੱਕ ਮਾਤਰਾ ਆਈ, ਉਹ ਸਿਹਾਰੀ ਲਾਈ ਪਈ ਹੈ ਲਾਂ ਦੀ ਥਾਂ ਤੇ, ਮੇਰਾ ਖਿਆਲ ਦੇ ਲਾਂ ਦੀ ਥਾਂ ਤੇ। ਹੋਰ ਵੀ 2-4 ਤਕਰੀਬਨ ਹੀ 5-7 ਅੰਗ ਛੱਡ ਕੇ ਬੜੀ ਵੱਡੀਆਂ ਉਹਦੇ 'ਚ ਗਲਤੀਆਂ ਆਈ ਜਾਂਦੀਆਂ, ਵੀ ਉਹ ਧੜਾ ਧੜ ਛਾਪੀ ਜਾਂਦੇ ਹੈ। ਹਰੇਕ ਨੂੰ ਬਾਣੀ ਛਾਪਣ ਦਾ ਜਿਹੜਾ ਅਥਾਰਟੀ ਦਿੱਤੀ ਹੋਈ ਹੈ ਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਜਿਹਦਾ ਜੀ ਕਰਦਾ ਉਧਰੋਂ ਹੀ ਛਾਪੀ ਜਾਂਦੇ ਆ। ਇੱਥੇ ਇੱਕ ਸਪਰੇਆਂ ਵਾਲੇ ਗੁਟਕਾ ਸਾਹਿਬ ਛਾਪੀ ਜਾਂਦੇ ਆ, ਅੱਗੇ ਉਹ ਸਪਰੇਅ ਦੀ ਮਸ਼ਹੂਰੀ ਦੇਈ ਜਾਂਦੇ ਆ ਆਪਦੀ। ਅਤੇ ਕੋਈ ਆ ਖੇਤੀਬਾੜੀ ਵਾਲੇ, ਕੋਈ ਆ ਦਵਾਈਆਂ ਵਾਲੇ, ਮੈਡੀਕਲ ਵਾਲੇ, ਜਿਹਦਾ ਜੀ ਕਰਦਾ ਉਹੀ ਗੁਟਕਾ ਸਾਹਿਬ ਛਾਪੀ ਜਾਂਦਾ ਹੈ। ਨਾ ਕੋਈ ਲੱਗਦਾ ਪਤਾ ਉਹਨਾਂ ਨੂੰ, ਨਾ ਮਾਤਰਾ ਦਾ ਪਤਾ ਹੈ। ਅਤੇ ਅੱਗੇ ਪਹਿਲਾਂ ਆਪਦੀ ਉਹ ਸਪਰੇਆਂ ਦੀ ਵੀ ਚਲੋ ਬਾਣੀ ਤਾਂ ਲੋਕ ਪੜ੍ਹਿਆ ਹੀ ਕਰਨਗੇ, ਨਾਲ ਸਾਡੀ ਦਵਾਈਆਂ ਦੀ ਅਤੇ ਜਾਂ ਕੋਈ ਹੋਰ ਕਾਰੋਬਾਰ ਦੀ ਮਸ਼ਹੂਰੀ ਹੋ ਜਾਏਗੀ। ਵੀ ਗੁਰਬਾਣੀ ਨੂੰ ਵੀ ਹੁਣੇ ਮਸ਼ਹੂਰੀ ਆਪਦੀ ਦਾ ਉਹ ਜ਼ਰੀਆ ਬਣਾ ਰਹੇ ਹੈ। ਅਤੇ ਇਸ ਤਰ੍ਹਾਂ ਜਿਹਦਾ ਜੀ ਕਰਦਾ ਉਵੇਂ ਲਿਖੀ ਜਾਂਦਾ ਹੈ, ਕੋਈ ਪੁੱਛਣ ਵਾਲਾ ਹੈ ਨਹੀਂ। ਗੁਟਕਾ ਸਾਹਿਬ ਵਿੱਚ ਬੇਅੰਤ ਗਲਤੀਆਂ ਆਪਦੇ ਕੋਲੋਂ ਜਿਹੜਾ ਹੈ ਉਹ ਪਾ ਦਿੰਦੇ ਆ, ਜਾਂ ਕੋਈ ਕਈ ਸਿਫਤ ਲਿਖੀ ਜਾਂਦੇ ਕਿਸੇ ਸਾਧੂ ਦੀ ਐਵੇਂ ਹੀ। ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਤੋਂ ਪਹਿਲਾਂ ਉਹ ਆਪਦੇ ਬਾਬਿਆਂ ਦੀ ਜਾਂ ਦੂਜੇ ਤੀਜੇ ਦੀ ਕਿੰਨੇ ਅੰਗ ਸੋਭਾ ਲਿਖੀ ਜਾਂਦੇ ਹੈ ਜੀ। ਇਸ ਤਰ੍ਹਾਂ ਗੁਟਕਾ ਸਾਹਿਬ ਗੁਰਬਾਣੀ ਜਿੱਥੇ ਲਿਖੀ ਉੱਥੇ ਕੋਈ ਨਹੀਂ ਜਿਹੜੀ ਕਿਸੇ ਦੀ ਸਿਫਤ ਲਿਖ ਸਕਦਾ। ਹਾਂ ਠੀਕ ਆ, ਕੋਈ ਪੂਜਵੇ ਯੋਗ ਹੋਏਗਾ, ਉਹਦਾ ਕੋਈ ਮਾਸਕ ਪੱਤਰ ਛਾਪਿਆ ਜਾ ਸਕਦਾ, ਕੋਈ ਮੈਗਜ਼ੀਨ ਵਿੱਚ ਅਖਬਾਰ ਵਿੱਚ ਦਿੱਤਾ ਜਾ ਸਕਦਾ, ਜਾਂ ਕੋਈ ਵੱਖਰੀ ਕਿਤਾਬ ਛਾਪ ਕੇ ਉਹਦਾ ਕੋਈ ਜੀਵਨ ਦੇ ਦਿਓ ਕਿਸੇ ਸਾਧੂ ਦਾ ਹੈ ਤੋ। ਪਰ ਗੁਟਕਾ ਸਾਹਿਬ 'ਤੇ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ ਹੈ। ਫਿਰ ਆ ਘਰਾਂ ਵਿੱਚ ਕਈ ਵੇਖੀ ਦਾ ਇੱਥੇ ਗੁਟਕਾ ਸਾਹਿਬ ਆਏ ਆ ਪੁਰਾਣੇ, ਉਹ ਸ਼ਾਇਦ ਬੱਚਿਆਂ ਦੇ ਹੱਥ ਚੜ੍ਹ ਜਾਂਦੇ ਆ, ਵਿੱਚ ਪਿੰਨ ਨਾਲ ਲੈਣਾ ਮਾਰੀਆਂ ਪਈਆਂ, ਕਈਆਂ ਨੇ ਉਹਦੇ ਉੱਪਰ ਕੋਈ ਘਰ ਦਾ ਸਮਾਨ ਲਿਖਿਆ ਪਿਆ ਗੁਟਕਾ ਸਾਹਿਬ ਦੇ ਮਗਰਲੇ ਅੰਗਾਂ 'ਤੇ, ਵੀ ਫਲਾਣੇ ਸੌਦੇ। ਇਸ ਤਰ੍ਹਾਂ ਇੱਥੇ ਕਈ ਗੁਟਕਾ ਸਾਹਿਬ ਆਏ ਹੋਏ ਆ ਘਰਾਂ ਦੇ ਵਿੱਚੋਂ ਹੀ, ਵੀ ਉਹ ਇਸ ਗੱਲ ਦੀ ਗੁਰੇਜ਼ ਨਹੀਂ ਵੀ ਕਲਮ ਨਹੀਂ ਚੁੱਕਣੀ। ਫਿਰ ਸਾਧ ਸੰਗਤ ਜੀ ਇੱਥੇ ਜੋਗੇ ਵਾਲੇ ਮਹਾਂਪੁਰਖ ਦੱਸਿਆ ਕਰਦੇ ਸੀ, ਪੋਥੀਆਂ ਇਹਨਾਂ ਤੋਂ 1-2 ਲਾਵਾਂ ਛੱਡੀਆਂ ਗਈਆਂ ਸਨ, ਉਹ ਇੱਥੇ ਵੀ ਪੋਥੀਆਂ ਹੈ ਉਹ ਜੋਗੇ ਵਾਲੀਆਂ ਜਪਜੀ ਸਾਹਿਬ ਦੇ ਵਿੱਚ 5 ਗ੍ਰੰਥੀ ਅੰਦਰ। ਅਤੇ ਸਿੰਘਾਂ ਨੇ ਆਖਿਆ ਵੀ ਮਹਾਰਾਜ ਵੀ ਉੱਥੇ ਗਾਵੈ ਨਹੀਂ ਲਿਖਿਆ, ਗਾਵ ਲਿਖਿਆ ਦਲਾਵਾਂ, ਗਲਤੀ ਤਾਂ ਪ੍ਰੈਸ ਵਾਲਿਆਂ ਦੀ ਆ। ਇਕੱਲੇ ਜਪਜੀ ਸਾਹਿਬ 'ਚ 1-2 ਗਲਤੀਆਂ ਹੋਰ ਨਹੀਂ ਹੈ। ਅਤੇ ਸਿੰਘ ਕਹਿੰਦੇ ਵੀ ਮਹਾਰਾਜ ਆਪਾਂ ਉੱਤੇ ਦਲਾਵਾਂ ਲਾ ਲਈਏ ਪੈਨ ਦੇ ਨਾਲ। ਅਤੇ ਉਹ ਬਾਬੇ ਇੱਥੇ ਕਹਿੰਦੇ, ਉਹ ਮਹਾਂਪੁਰਖ ਕਹਿੰਦੇ ਵੀ ਜੇ ਆਪਾਂ ਦਲਾਵਾਂ ਲਾ ਲਈਆਂ ਅਤੇ ਆਪਣੇ ਅਤੇ ਰਾਮ ਰਾਏ 'ਚ ਕੀ ਫਰਕ ਰਹਿ ਗਿਆ। ਇਹ ਤੁਹਾਨੂੰ ਕੰਠ ਹੈ, ਕੰਠ ਹੋਵੇਂ ਪੜ੍ਹ ਲਓ, ਪਰ ਕਲਮ ਨਹੀਂ ਮਹਾਰਾਜ ਦੀ ਬਾਣੀ 'ਤੇ ਚੁੱਕਣੀ। ਇੱਥੇ ਇੱਕ ਸੋਰਠ ਰਾਗ ਦੇ ਵਿੱਚ ਜਿਹੜੀ ਭਗਤ ਬਾਣੀ ਹੈ ਉੱਥੇ ਆਉਂਦਾ ਹੈ ਬਾਣੀ ਸ਼੍ਰੀ ਨਾਮ ਦੇ ਜੀ ਕੀ। ਉੱਥੇ ਨਾ ਈੜੀ ਆ ਦੱਦੇ ਤੋਂ ਬਾਅਦ ਅਤੇ ਨਾ ਵਾਹਵਾ ਹੈ, ਉਹ ਹੈ ਆ ਬਾਣੀ ਸੋਰਠ ਰਾਗ 'ਚ ਆ ਮੇਰਾ ਖਿਆਲ ਇਹ ਸ਼ਬਦ, ਬਾਣੀ ਸ਼੍ਰੀ ਜੈ ਦੇ ਜੀ ਕੀ। ਉੱਥੇ ਗ੍ਰੰਥੀ ਜਿਹੜੇ ਉਹ ਕਹਿੰਦੇ ਵੀ ਖਰੇ ਇੱਥੇ ਵਾਹਵਾ ਪੈਣ ਵਾਲਾ, ਉੱਥੇ ਵਾਹਵੇ ਇੱਥੇ ਵੀ ਸਰੂਪ ਹੈ, ਉਹਦੇ ਵਿੱਚ ਵਾਹਵਾ ਲਾਇਆ ਪਿਆ ਪੈਨ ਦੇ ਨਾਲ, ਬਾਣੀ ਸ਼੍ਰੀ ਨਾਮਦੇਵ ਜੀ ਕੀ। ਹਾਲਾਂਕਿ ਉਹ ਸ਼ਬਦ ਹੀ ਦੇ ਹੈ, ਉੱਥੇ ਨਾ ਈੜੀ ਹੈ ਅਤੇ ਨਾ ਮਗਰਲੇ ਪਾਸੇ ਦੱਦੇ ਤੋਂ ਵਾਹਵਾ ਹੈ। ਇਹ ਬੜੇ ਸਰੂਪਾਂ ਦੇ ਦਰਸ਼ਨ ਕਰਨ ਨੂੰ ਮਿਲੇ ਪਿੰਡਾਂ ਵਿੱਚ। ਆਮ ਗ੍ਰੰਥੀ ਇੱਥੇ ਅਕਸਰ ਹੀ ਵਾਹਵਾ ਲਿਖ ਦਿੰਦੇ ਆ ਵੀ ਖਰੇ ਇੱਥੇ ਵਾਹਵਾ ਆਉਣਾ, ਵੀ ਉਹ ਐਡੇ ਸਿਆਣੇ ਆ ਵੀ ਨਾ ਤਾਂ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਇਹੋ ਜਿਹਾ, ਅਤੇ ਨਾ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਪਤਾ ਲੱਗਾ। ਇਹਨਾਂ ਨੂੰ ਪਤਾ ਵੀ ਇੱਥੇ ਵਾਹਵਾ ਪੈਣਾ ਚਾਹੀਦਾ, ਇਹੋ ਜਿਹੇ ਮੱਤ ਮਾਰੀ ਹੋਈ ਹੈ।
ਤੋ ਬਹੁਤ ਕੁਝ ਜਿਹੜਾ ਖਾਲਸਾ ਜੀ ਇੱਥੇ ਮਹਾਰਾਜ ਨੇ ਉਹ ਸਪਸ਼ਟ ਕਰ ਹੀ ਦਿੱਤਾ ਹੈ ਵੀ ਜੇ ਕੋਈ ਪੋਥੀਆਂ ਲਿਖੇ ਤੇ ਉਹਦੀ ਚੰਗੀ ਤਰ੍ਹਾਂ ਪਹਿਲਾਂ ਸੋਧ ਕਰੇ, ਪੜ੍ਹ ਕੇ ਵੇਖੇ ਵਾਰ-ਵਾਰ ਵੀ ਇੱਥੋਂ ਤੱਕ ਅੱਖਰ ਸ਼ਬਦ ਪੰਕਤੀ ਦੂਰ ਇੱਕ ਬਿੰਦੀ ਮਾਤਰਾ ਦਾ ਵੀ, ਲਘੂ ਦੀਰਘ ਮਾਤਰਾ ਤੱਕ ਦਾ ਵੀ ਜਿਹੜਾ ਉਹ ਖਿਆਲ ਰੱਖਣਾ ਹੈ। ਪਾਠ ਸਮਸਤ ਕਰੈ ਬੁੱਧ ਸੂ, ਤੇ ਬੁੱਧ ਦੇ ਨਾਲ ਸਾਰਾ ਪਾਠ ਕਰਨਾ ਵੀ ਅੱਖਰ ਅੱਖਰ ਸੋਧ ਕੇ ਪੜ੍ਹਨਾ ਵਿਚਾਰਨਾ ਹੈ। ਪੇਖ ਪੂਰਬ ਕੇ ਸਮਲੇਹ ਬਨਾਈ, ਜਿਹਦੇ ਤੋਂ ਉਤਾਰਾ ਕੀਤਾ ਪੋਥੀ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਸਰੂਪ ਤੋਂ, ਫਿਰ ਵੇਖ ਵੇਖ ਕੇ ਵਿਚਾਰ ਲੈਣਾ ਚੰਗੀ ਤਰ੍ਹਾਂ, ਉਹ ਮਨ 'ਚ ਇਸ ਤਸੱਲੀ ਕਰ ਲੈਣੀ ਆ ਵੀ ਬਿਲਕੁਲ ਉਹਦੇ ਵਾਂਗੂ ਲਿਖਿਆ, ਚੰਗੀ ਤਰ੍ਹਾਂ ਐਨ ਸੋਧ ਲੈਣਾ ਹੈ। ਪਹਿਲੇ ਵਰਗਾ ਸਰੂਪ ਦੂਜਾ ਬਣਾਉਣਾ ਹੈ। ਆਪ ਤੇ ਘਾਟ ਨਾ ਬਾਦ ਕਰੈ, ਆਪਦੇ ਕੋਲੋਂ ਗੁਰਬਾਣੀ ਵਿੱਚ ਕੋਈ ਘਾਟਵਾਦ ਮਾਰੇ ਕਹਿੰਦੇ ਸਿੱਖ ਨਾ ਕਰੇ। ਕੋਈ ਵੀ ਸਿੱਖ ਆਪਦੇ ਕੋਲੋਂ ਨਾ ਘੱਟ ਲਿਖੇ ਕੁਛ ਤੇ ਨਾ ਆਪਦੇ ਕੋਲੋਂ ਕੁਝ ਵੱਧ ਲਿਖ ਸਕਦਾ ਹੈ। ਜੇ ਕਰੈ ਹੋਏ ਮੂਰਖ ਸੋ ਪਛੋਤਾਈ, ਜਿਹੜਾ ਕਰੇਗਾ ਮਹਾਰਾਜ ਕਹਿੰਦੇ ਮੂਰਖ ਹੈ ਤੇ ਪਛੋਤਾਵੇਗਾ। ਤੇ ਉਹ ਸਾਧ ਸੰਗਤ ਜੀ ਲੜੀਵਾਰ ਸਰੂਪ ਸੀਗੇ ਸਾਰੇ, ਤੇ ਇਹਨਾਂ ਨੇ ਆ ਕਮੇਟੀ ਵਾਲਿਆਂ ਨੇ ਚੁੱਕ ਕੇ ਤੇ ਉਹ ਸਾਰੇ ਪਦਛੇਦ ਕਰ ਦਿੱਤੇ। ਕਈ ਸ਼ਬਦਾਂ ਦੇ ਫਿਰ ਭੇਦ, ਜਿਵੇਂ ਮਾਂਗਣ ਮਾਂਗਤ ਏਕ ਹੈ ਮਾਂਗ, ਕਿਰਪੰਤ ਇਕੱਠਾ ਹੈ ਕਿਤੇ ਕਿਰਪੰ ਤਾਂ ਹਰੀਅੰ। ਤੋ ਇਸ ਤਰ੍ਹਾਂ ਉਹ ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਬਹੁਤ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ, ਸੰਪਰਦਾਈ ਸਿੰਘਾਂ ਗਿਆਨੀਆਂ ਨੇ, ਵੀ ਇਹ ਨਹੀਂ ਚਾਹੀਦਾ ਵੀ ਸਰੂਪ ਪਦਛੇਦ ਨਹੀਂ ਛਾਪਣਾ, ਲੜੀਵਾਰ ਸਰੂਪ ਛਾਪੋ, ਗੁਟਕਾ ਸਾਹਿਬ ਛਾਪ ਦਿਓ ਤੁਸੀਂ, ਠੀਕ ਹੈ। ਪਰ ਜਿਵੇਂ ਮਹਾਰਾਜ ਕਰ ਗਏ ਹੈ, ਗੁਰੂ ਕਲਗੀਧਰ ਪਾਤਸ਼ਾਹ, ਭਾਈ ਮਣੀ ਸਿੰਘ ਜੀ, ਗੁਰੂ ਅਰਜਨ ਦੇਵ ਮਹਾਰਾਜ, ਭਾਈ ਗੁਰਦਾਸ ਜੀ, ਵੀ ਉਹ ਵੀ ਪਦਛੇਦ ਲਿਖ ਸਕਦੇ ਸੀ। ਲੜੀਵਾਰ ਲਿਖ ਗਏ ਸਰੂਪ, ਲੜੀਵਾਰ ਰਹਿਣ ਦਿਓ। ਪਰ ਇਹਨਾਂ ਸਾਧ ਸੰਗਤ ਜੀ ਕੋਈ ਨਾ ਮੰਨੀ, ਉਹ ਜਿਵੇਂ ਜੀ ਕੀਤਾ ਹੈ ਤੇ ਉਹ ਆਪਦੇ ਕੁਝ ਚਾਰ ਵਿਦਵਾਨ ਜਿਹੜੇ ਥਾਪ ਕੇ ਤੇ ਉਹਨਾਂ ਦੇ ਕਮੇਟੀ ਬਿਠਾ ਕੇ ਤੇ ਉਹ ਸਾਰੇ ਸਰੂਪ ਜਿਹੜੇ ਉਹ ਪਦਛੇਦ ਹੁਣ ਬੜੇ ਸਮੇਂ ਤੋਂ ਚਲੋ ਚੱਲਦੇ ਆਉਂਦੇ, ਲੜੀਵਾਰ ਸਰੂਪ ਹੋਵੇ ਖਾਲਸਾ ਜੀ। ਇੱਕ ਤਾਂ ਗ੍ਰੰਥੀ ਸਿੰਘ ਤਾਬੇ ਵਾਲਾ ਤਾਂ ਅੱਖ ਨਹੀਂ ਚੁੱਕਦਾ, ਉਹਦਾ ਕਾਰਨ ਹੈ ਵੀ ਜਦੋਂ ਅੱਖ ਚੁੱਕੀ ਫਿਰ ਪੰਕਤੀ ਨਹੀਂ ਲੱਭਦੀ ਕਿ ਕਿੱਥੇ ਪੜ੍ਹਦਾ ਪਿਆ, ਇਕਾਗਰਤਾ ਵੱਧ ਬਣਦੀ ਹੈ। ਲੜੀਵਾਰ ਦੇ ਨਾਲ ਬਾਣੀ ਬਹੁਤ ਕੰਠ ਹੁੰਦੀ ਹੈ, ਕਿਉਂਕਿ ਧਿਆਨ ਬਹੁਤ ਜ਼ਿਆਦਾ ਲੱਗਦਾ। ਹੁਣ ਜਿਹੜਾ ਅਖਬਾਰ ਪੜ੍ਹ ਲੈਂਦਾ ਉਹ ਗ੍ਰੰਥੀ ਬਣ ਜਾਂਦਾ ਫਿਰ, ਕਿਉਂਕਿ ਪਤਾ ਹੀ ਆ ਵੀ ਪੰਜਾਬੀ ਉਹ ਕਹਿੰਦੇ ਕੀ ਆਂਦੇ, ਅਖਬਾਰ ਪੜ੍ਹ ਲੈਣਾ, ਕਹਿੰਦੇ ਹਾਂ, ਕਹਿੰਦੇ ਚੱਲ ਤੂੰ ਗ੍ਰੰਥੀ, ਤੈਨੂੰ ਕੀ ਲੋੜ ਸੰਥਿਆ ਦੀ, ਵੀ ਨਾ ਤਾਂ ਸੰਥਿਆ ਫਿਰ ਕਰਾਉਣ ਦੀ ਲੋੜ ਪਈ। ਗੁਟਕਾ ਸਾਹਿਬ ਚਲੋ ਪਦਛੇਦ ਹੁੰਦੇ ਘਰਾਂ 'ਚ, ਜਿੰਨੀ ਬਾਣੀ ਪੜ੍ਹਦਾ ਕੋਈ 5 ਗ੍ਰੰਥੀ, ਇਸ ਤਰ੍ਹਾਂ ਕੁਝ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਸੀ ਅੱਜ ਲੜੀਵਾਰ ਹੁੰਦੇ, ਤੇ ਨਾਲੇ ਤਾਂ ਗ੍ਰੰਥੀ ਸਿੰਘ ਦੀ ਇਕਾਗਰਤਾ ਬਣਦੀ, ਨਾਲੇ ਖਾਲਸਾ ਜੀ ਪੜ੍ਹਨ ਵਾਸਤੇ ਜਿਹਨੇ ਤਾਬਿਆ ਬਹਿਣਾ ਸੀ ਉਹ ਪਹਿਲਾਂ ਤਿਆਰਾ ਕਰਦਾ, ਕੋਈ ਮਿਹਨਤ ਹੁੰਦੀ 5-7 ਸਾਲ ਦੀ ਉਹਦੀ, ਫਿਰ ਤਾਬਿਆ ਸੱਜਦਾ। ਵੀ ਪਤਾ ਹੈ ਵੀ ਜੇ ਕੱਚਾ ਪਿੱਲਾ ਬੈਠੇਗਾ ਤੇ ਹੁਕਮ ਤੋਂ ਹੀ ਪਤਾ ਲੱਗ ਜਾਵੇਗਾ ਵੀ ਇਹਨੂੰ ਅੱਖਰ ਨਾਲ ਅੱਖਰ ਨਹੀਂ ਮਿਲਣਾ ਆਇਆ। ਤੋ ਇਸ ਤਰ੍ਹਾਂ ਉਹ ਮਹਾਰਾਜ ਤਾਂ ਕਹਿੰਦੇ ਵੀ ਜਿਵੇਂ ਪਹਿਲਾ ਸਰੂਪ ਉਹ ਤੋਂ ਵੇਖ ਕੇ ਉਵੇਂ ਦੂਜਾ ਲਿਖਣਾ। ਤੇ ਅੱਜ ਉਹ ਸਾਧ ਸੰਗਤ ਦੀ ਆਪਾਂ ਵੇਖ ਰਹੇ ਹਾਂ ਵੀ ਕੀ ਕਰਦੇ ਆ। ਫਿਰ ਜਦੋਂ ਦੇ ਇਹਨਾਂ ਨੇ ਆ ਪਦਛੇਦ ਸਰੂਪ ਕੀਤੇ ਆ, ਉਦੋਂ ਦੇ ਖਾਲਸਾ ਜੀ ਆ ਵੇਖ ਲਓ, ਫਿਰ ਸਿੱਖ ਵੀ ਉਹ ਬੇਰਾਂ ਵਾਂਗੂ ਖਿਲਰੇ ਪਏ ਆ, ਕੋਈ ਇਤਫਾਕ ਨਹੀਂ ਰਿਹਾ ਮਹਾਰਾਜ ਦੀ ਬਾਣੀ ਦਾ। ਜੈਸਾ ਇਹਨਾਂ ਨੇ ਕੀਤਾ ਹੈ ਵੈਸਾ ਹੀ ਖਾਲਸਾ ਜੀ ਹੁਣ ਪੰਥ ਦਾ ਹਾਲ ਹੋ ਰਿਹਾ ਵੀ ਜਿਵੇਂ ਮਹਾਰਾਜ ਦੀ ਬਾਣੀ ਦਾ ਸ਼ਬਦ ਨਾਲ ਸ਼ਬਦ, ਅੱਖਰ ਨਾਲ ਅੱਖਰ ਨਹੀਂ ਛੱਡਿਆ, ਉਵੇਂ ਫਿਰ ਅੱਜ ਸਿੱਖ ਨਾਲ ਸਿੱਖ ਵੀ ਨਹੀਂ ਮੇਲ ਖਾਂਦਾ ਹੈ। ਸਿੱਖਾਂ ਦੀ ਵੀ ਲੜੀ ਟੁੱਟੀ, ਜਥੇਬੰਦੀਆਂ ਵੀ ਫਿਰ ਪਦਛੇਦ ਹੋ ਰਹੀਆਂ ਹਨ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖੋ ਭਾਈ, ਜੇ ਸਰੂਪ ਕੋਈ ਲਿਖਣਾ ਹੈ, ਮੇਲ ਲੈਣਾ ਲਿਖਣ ਤੋਂ ਬਾਅਦ ਵੀ ਇਨ ਬਿਨ ਉਸੇ ਤਰ੍ਹਾਂ ਹੀ ਹੋਵੇ ਜੋ ਇਹਦੇ ਵਿੱਚ ਲਿਖਿਆ ਹੈ। ਲਿਖਣ ਤੋਂ ਬਾਅਦ ਕੰਨਾ ਲਗ ਮਾਤਰਾ ਚੰਗੀ ਤਰ੍ਹਾਂ ਮਿਲਾ ਲੈਣੀ, ਕੋਈ ਨਾ ਵੱਧ ਲਿਖੇ ਨਾ ਕੋਈ ਘੱਟ ਲਿਖ ਸਕਦਾ ਹੈ। ਔਰ ਬਨਾਏ ਨਭੋ ਨਾ ਲਿਖੈ, ਤੇ ਜੇ ਕੋਈ ਹੋਏ ਮੂਰਖ ਸੋ ਪਛਤਾਈ, ਜੇ ਕਰੇਗਾ ਕੋਈ ਇਹ ਗੱਲ ਵੱਧ ਘੱਟ ਲਿਖੇਗਾ ਉਹ ਮੂਰਖ ਹੋਵੇਗਾ ਤੇ ਅੰਤਲੇ ਸਮੇਂ ਨੂੰ ਬਹੁਤ ਪਛੋਤਾਵਾ ਕਰਿਆ ਕਰੇਗਾ। ਔਰ ਬਨਾਏ ਨਭੋ ਨਾ ਲਿਖੈ, ਤੇ ਗੁਰਬਾਣੀ ਜਿੰਨੀ ਅਸੀਂ ਲਿਖ ਚੱਲੇ ਇੰਨੀ ਬਾਣੀ ਲਿਖੀ ਜਾਵੇ। ਅੱਗੇ ਸਰੂਪਾਂ ਵਿੱਚ ਹੋਰ ਕੋਈ ਆਪਦੇ ਕੋਲੋਂ ਨਵਾਂ ਸ਼ਬਦ ਕਵਿਤਾ ਬਣਾ ਕੇ ਨਾ ਲਿਖੇ। ਵਿੱਚ ਕਾਵਿ ਰਚੈ ਸੋ ਰਚਾ ਪ੍ਰੇਥ ਕਾਈ, ਵਿੱਚ ਜੇ ਕਾਵ ਨਾ ਕੋਈ ਰਚੇ, ਤੇ ਜੇ ਕੋਈ ਰਚਨਾ ਲਿਖਣੀ ਕੋਈ ਕਵਿਤਾ ਆਦਿ ਕੋ ਆਪਦੀ ਬਣਾਓ, ਠੀਕ ਮਹਾਰਾਜ ਕਹਿੰਦੇ, ਪਰ ਉਹ ਅੱਡ ਪੋਥੀ ਲਿਖ ਦੋ ਕੋਈ,
ਵੀ ਕਵਿਤਾ ਕੋ ਸਿੱਖ ਜਾਂ ਕੋਈ ਵਿਦਵਾਨ ਬਣਾਉਂਦਾ ਹੈ ਕਵੀ, ਉਹ ਕਵਿਤਾ ਅੱਡ ਲਿਖੀ ਜਾਵੇ, ਇਹਦੇ ਵਿੱਚ ਬਾਣੀ ਚ ਨਹੀਂ ਲਿਖੀ ਜਾਵੇਗੀ। 14 ਹੈ ਲੋਕ ਤੇ ਹੋਏ ਤੇ ਬਲੀ। ਮਹਾਰਾਜ ਕਹਿੰਦੇ ਫਿਰ ਸਮਾਂ ਆਵੇਗਾ ਕੋਈ, ਜਦੋਂ ਅਸੀਂ 9ਵਾਂ ਸਰੂਪ ਧਾਰਾਂਗੇ, ਜਾਂ ਕਹੋ ਵੀ 14 ਲੋਕਾਂ ਤੋਂ ਸਾਰਿਆਂ ਤੋਂ ਕੋਈ ਬਲੀ ਜਿਹੜਾ ਪੁਰਖ ਹੋਵੇਗਾ, ਸਭ ਤੋਂ ਬਲ ਵਾਲਾ ਭਾਰੀ 14 ਲੋਕਾਂ ਵਿੱਚ, ਜਿਹਦੇ ਬਰਾਬਰ ਦਾ ਹੋਰ ਕੋਈ ਨਹੀਂ। ਬਲ ਕੋ ਜਰ ਜਾਏ ਰਿਦੇ ਮਹਿ ਜੋਈ। ਤੇ ਸਾਰੇ 14 ਲੋਕਾਂ ਤੋਂ ਬਲੀ ਹੋਣ ਦੇ ਬਾਵਜੂਦ ਵੀ ਸਾਰੇ ਬਲ ਨੂੰ ਆਪਦੇ ਹਿਰਦੇ ਵਿੱਚ ਜਰ ਜਾਵੇ, ਸਮਾ ਲਵੇਗਾ। ਸੋ ਉਪਕਾਰ ਕੇ ਕਾਰਨ ਕੋ। ਤੇ ਉਹ ਮਹਾਨ ਪੁਰਖ ਸਤਿਪੁਰਖ ਸੰਸਾਰ ਤੇ ਪਰਉਪਕਾਰ ਕਰਨ ਵਾਸਤੇ ਸਿਰ ਦੇ ਹੋਏ ਸੰਮੁਖ ਤੀਰਤ ਰੋਈ। ਤੇ ਸਨਮੁਖ ਹੋ ਕੇ ਜ਼ੁਲਮ ਦੇ ਸੀਸ ਦੇਵੇਗਾ। ਭਾਵ ਮਹਾਰਾਜ ਇਸ਼ਾਰਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲ ਕਰ ਰਹੇ ਆ ਵੀ ਸਮਾਂ ਆਵੇਗਾ ਵੀ 14 ਲੋਕਾਂ ਤੋਂ ਬਲੀ, ਸਾਰੇ ਬਲ ਨੂੰ ਸਮਾਉਣ ਵਾਲਾ, ਔਰ ਜ਼ੁਲਮ ਦੇ ਜਰਵਾਣਿਆਂ ਦੇ ਸਾਹਮਣੇ ਹੋ ਕਰਕੇ ਸੀਸ ਦਾ ਬਲੀਦਾਨ ਦੇਵੇਗਾ, ਧੀਰਜ ਨੂੰ ਧਾਰਨ ਵਾਲਾ ਹੋਵੇਗਾ। ਆਪਣੀ ਬਾਣੀ ਚੜਾਵਹਿ ਸੋ ਇੱਕ। ਬਸ ਕੇਵਲ ਇੱਕੋ ਇੱਕ ਉਹ ਆਪਣੀ ਬਾਣੀ, ਭਾਵ ਅਸੀਂ ਹੀ ਨਾਵੇਂ ਸਰੂਪ ਵਿੱਚ, ਜਾਂ ਕਹੋ ਵੀ ਆਉਣ ਵਾਲੇ ਸਮੇਂ ਵਿੱਚ ਬਸ ਇੱਕੋ ਇੱਕ ਬਾਣੀ ਉਹੀ ਚੜਾਉਣਗੇ, ਭਾਵ ਗੁਰੂ ਤੇਗ ਬਹਾਦਰ ਜੀ। ਹੋਏ ਸੋ ਨਹਿ ਦੂਸਰ ਕੋਈ। ਹੋਰ ਇਹਨਾਂ ਦੇ ਵਰਗਾ ਸੰਸਾਰ ਤੇ ਕੋਈ ਦੂਜਾ ਨਹੀਂ ਹੋਵੇਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲ ਸਤਿਗੁਰਾਂ ਇਸ਼ਾਰਾ ਕੀਤਾ ਵੀ ਬਾਣੀ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਚੜਾਉਣਗੇ। ਹੋਰ ਜਦੋਂ ਸੀਸ ਦਾ ਬਲੀਦਾਨ ਦੇਣਗੇ, ਫਿਰ 10ਵੇਂ ਪਾਤਸ਼ਾਹ ਨੇ ਖਾਲਸਾ ਜੀ ਦਮਦਮਾ ਸਾਹਿਬ ਵਾਲੇ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਚੜਾਈ ਹੈ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੁਕਮ ਹੋਇਆ, ਮਹਾਰਾਜ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਜਦੋਂ ਆਖਿਆ ਮਹਾਰਾਜ ਵੀ ਗੁਰਬਾਣੀ ਉਚਾਰਨ ਬਾਬਤ ਕੀ ਖਿਆਲ ਹੈ ਸਤਿਗੁਰੂ ਜੀ, ਅਸੀਂ ਉਚਾਰ ਸਕਦੇ? ਮਹਾਰਾਜ ਨੇ ਆਖਿਆ ਨਹੀਂ, ਕੋਈ ਬਾਣੀ ਨਹੀਂ ਉਚਾਰੇਗਾ, 9ਵੇਂ ਸਰੂਪ ਵਿੱਚ ਅਸੀਂ ਬਾਣੀ ਉਚਾਰਾਂਗੇ। ਹੇ ਹਰਗੋਬਿੰਦ ਸਾਹਿਬ ਤੁਸੀਂ ਧੁਨਾਂ ਚਾੜ ਸਕਦੇ ਹੋ। ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਖਾਲਸਾ ਜੀ ਜਿਹੜੀਆਂ ਵਾਰਾਂ ਹੈ, ਉਹ ਵਾਰਾਂ ਤੇ ਧੁਨਾਂ ਚੜਾਈਆਂ ਸੀ। ਜੋਧਾ ਵੀਰੈ ਪੂਰਬਾਣੇ ਕੀ, ਜਾਂ ਜਿਹੜੀ ਹੈ ਆਸਾ ਦੀ ਵਾਰ, ਟੁੰਡੈ ਆਸ ਰਾਜੈ ਕੀ ਧੁਨ ਗਾਵਣੀ, ਇਸ ਤਰ੍ਹਾਂ ਇਹ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ 9 ਧੁਨਾਂ ਵਾਰਾਂ ਤੇ ਵੀ ਇਸ ਧੁਨ ਤੇ ਇਹ ਵਾਰ ਗਾਉਣੀ ਹੈ, ਉਹ ਮਹਾਰਾਜ ਸਤਿਗੁਰਾਂ ਨੇ ਚੜਾਈਆਂ ਸਨ। ਤੋ ਗਰੀਬ ਨਵਾਜ ਕਹਿ ਰਿਹਾ ਸੰਗਤ ਜੀ, ਹੋਰ ਕੋਈ ਬਾਣੀ ਨਹੀਂ ਲਿਖੇਗਾ। ਪੂਜਾ ਹੈ ਜੋ ਇਛ ਧਾਰ ਸੋ ਪੂਜਾ ਹੈ। ਤੇ ਜਿਹੜਾ ਇਸ ਗੁਰਬਾਣੀ ਨੂੰ ਇੱਛਾ ਰੱਖ ਕੇ ਮਨ ਵਿੱਚ ਇਹਦੀ ਪੂਜਾ ਕਰਿਆ ਕਰੇਗਾ, ਉਹਦੀ ਹਰੇਕ ਇੱਛਾ ਪੂਰੀ ਹੋਇਆ ਕਰੇਗੀ। ਸ਼੍ਰੇਅ ਲਹਿ ਜਮ ਪੀਰ ਨ ਹੋਈ। ਜਿਹੜਾ ਮੁਕਤੀ ਦੀ ਇੱਛਾ ਰੱਖ ਕੇ ਬਾਣੀ ਪੜ੍ਹੇਗਾ, ਉਹਨੂੰ ਮੁਕਤੀ ਪ੍ਰਾਪਤ ਹੋਵੇਗੀ, ਜਮਾਂ ਦੀ ਪੀੜ ਤੋਂ ਬਚੇਗਾ। ਵੇਦ ਪੁਰਾਨ ਮਹਾਨ ਮਹਾਤਮ। ਵੇਦਾਂ ਤੇ ਪੁਰਾਣਾਂ ਦਾ ਜਿਹੜਾ ਮਹਾਨ ਮਹਾਤਮ ਜਿਵੇਂ ਦੱਸਿਆ ਜਾਂਦਾ ਹੈ, ਜਾਹੇ ਬਖਾਣ ਕਰੈ ਸਮੁਦਾਏ। ਜਿਸ ਪਰਮੇਸ਼ਰ ਦਾ ਵੇਦ ਪੁਰਾਣ ਬਹੁਤ ਮਹਾਤਮ ਦੱਸਦੇ ਹੈ, ਵੇਦਾਂ ਪੁਰਾਣਾਂ ਸ਼ਾਸਤਰਾਂ ਦੇ ਵਿੱਚ, ਜਿਸ ਸਭ ਗ੍ਰੰਥਾਂ ਵਿੱਚ ਜਿਸ ਉਸ ਅੱਲਾ ਵਾਹਿਗੁਰੂ ਰਾਮ ਨੂੰ ਬੇਅੰਤ ਬੇਅੰਤ ਆਖਿਆ ਜਾਂਦਾ ਹੈ। ਅੰਤ ਨਾ ਪਾਵਤ ਸ਼ੇਸ਼ ਨਾ ਸਾਰਦ। ਜਿਸ ਪਰਮੇਸ਼ਰ ਦਾ ਸ਼ੇਸ਼ਨਾਗ ਵਰਗੇ, ਸਾਰਦਾ ਸਰਸਵਤੀ ਵਰਗੇ ਦੇਵੀ ਦੇਵਤੇ ਅੰਤ ਨਹੀਂ ਪਾਉਂਦੇ ਐ। ਨੇਤ ਹੀ ਨੇਤ ਅਸ਼ੇਸ਼ ਬਤਾਏ। ਸਾਰੇ ਉਸ ਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਹਨ। ਜੋ ਸਰਬੋਤਮ ਜੋ ਸਰਬਾਸ਼੍ਰੇਯ। ਜਿਹੜਾ ਸਾਰਿਆਂ ਦਾ ਆਸ਼ਰੇ ਆਸਰਾ ਹੈ, ਸਭ ਦੇ ਵਿੱਚੋਂ ਉੱਤਮ ਹੈ, ਸ੍ਰੇਸ਼ਟ ਹੈ। ਤਾਹੀ ਕੇ ਨਾਮ ਇਸੀ ਮਹਿ ਗਾਏ। ਉਸੇ ਦਾ ਨਾਮ ਇਸੇ ਬਾਣੀ ਦੇ ਵਿੱਚ ਗਾਇਆ ਗਿਆ। ਮਹਾਰਾਜ ਕਹਿੰਦੇ ਦੇ ਵਿੱਚ ਕੀ ਹੈ? ਗੁਰਬਾਣੀ ਵਿੱਚ ਸਿੱਖੋ, ਜਿਸ ਪਰਮੇਸ਼ਰ ਨੂੰ ਸਾਰੇ ਬੇਅੰਤ ਬੇਅੰਤ ਵੇਦ ਸ਼ਾਸਤਰ ਹੋਰ ਗ੍ਰੰਥ ਕਹਿੰਦੇ ਆ, ਰਿਸ਼ੀ ਮੁਨੀ ਧਿਆਉਂਦੇ ਆ, ਗਾਉਂਦੇ ਆ, ਇਹਦੇ ਵਿੱਚ ਕੁਝ ਨਹੀਂ, ਬਸ ਉਸ ਅੱਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੋਭਾ ਗਾਈ ਗਈ ਹੈ। ਨਾਮ ਸੋ ਨਾਮੀ ਕੋ ਭੇਦ ਨਹੀਂ। ਕਿਉਂਕਿ ਨਾਮੀ ਤੇ ਨਾਮ ਦਾ ਕੋਈ ਭੇਦ ਨਹੀਂ ਹੁੰਦਾ, ਵੀ ਨਾਮ ਨਾਮੀ ਦਾ ਹੀ ਹੁੰਦਾ। ਜੇ ਮੰਨ ਲਓ ਵਾਹਿਗੁਰੂ ਨਾਮ ਕਿਹਦਾ? ਅਕਾਲ ਪੁਰਖ ਦਾ ਹੈ, ਤੇ ਅਕਾਲ ਪੁਰਖ ਦੇ ਨਾਮ ਚਾਹੇ ਵਾਹਿਗੁਰੂ ਜਾਂ ਰਾਮ ਅੱਲਾ,
ਅੱਲਾ ਦੇ ਵਿੱਚ ਤੇ ਉਸ ਜਿਹੜਾ ਨਾਮ ਹੈ ਤੇ ਜਿਹਦਾ ਨਾਮ ਹੈ, ਇਹਨਾਂ ਦੋਹਾਂ ਵਿੱਚ ਕਦੇ ਭੇਦ ਨਹੀਂ ਹੁੰਦਾ ਹੈ। ਇਹ ਮੂਰਤ ਸ਼੍ਰੀ ਕਰਤਾਰ ਸੁਹਾਏ। ਇਸ ਕਰਕੇ ਗੁਰਬਾਣੀ ਨਾਮ ਹੈ ਪਰਮੇਸ਼ਰ ਦਾ, ਕਰਤਾਰ ਦਾ। ਤੇ ਗੁਰਬਾਣੀ ਜਿਵੇਂ ਨਾਮੀ ਨਾਮ ਵਿੱਚ ਭੇਦ ਨਹੀਂ, ਐਵੇਂ ਕਰਤਾਰ ਤੇ ਬਾਣੀ ਵਿੱਚ ਭੇਦ ਨਹੀਂ। ਤੇ ਇਹ ਗੁਰਬਾਣੀ ਪਰਮੇਸ਼ਰ ਦੀ ਮੂਰਤ ਸੂਰਤ ਹੈ। ਜੇ ਤਿਕ ਗ੍ਰੰਥ ਅਦਾਇਬ ਰਾਖਾ ਹੈ। ਜਿੰਨੇ ਵੀ ਸਿੱਖ ਹੈ, ਜਿੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਵੱਧ ਸਤਿਕਾਰ ਕਰਿਆ ਕਰਨਗੇ, ਤੇ ਤਿਕ ਹੀ ਫਲ ਪਾਵੈ ਗੋ। ਤੇ ਮਹਾਰਾਜ ਕਹਿੰਦੇ ਸਿੱਖੋ ਨਹੀਂ ਫਲ ਮਿਲੇਗਾ। ਤੋ ਹੁਣ ਇਹ ਵੇਖ ਲਓ ਸਾਧ ਸੰਗਤ ਜੀ, ਵੀ ਅਸੀਂ ਕਹਿੰਦੇ ਆ ਵੀ ਅਰਦਾਸ ਨਹੀਂ ਪੂਰੀ ਹੁੰਦੀ, ਉਹਦੇ ਵਿੱਚ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਤੋ ਘਾਟ ਕਿੱਥੇ ਹੈ ਸਾਧ ਸੰਗਤ ਜੀ? ਪੂਰਾ ਤਾਂ ਪੂਰਾ ਹੈ, ਘਾਟ ਸਾਡੇ ਵਿੱਚ ਹੈ। ਸਾਡੇ ਵਿੱਚ ਸ਼ਰਧਾ ਨਹੀਂ ਹੈ, ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਦਬ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਇੱਕ ਆਮ ਸਧਾਰਨ ਰਿਸ਼ਤੇਦਾਰ ਨੂੰ ਖਾਲਸਾ ਜੀ ਵੱਡਾ ਗਿਣਦੇ ਹਾਂ, ਵੀ ਉਹ ਨਹੀਂ ਰੁੱਸਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਇਆਂ ਨੂੰ ਕੋਈ ਸਤਿਕਾਰ ਕਰੇ, ਜੀਓ ਆਇਆਂ ਆਖੇ, ਉਹਨਾਂ ਕੋਲ ਕੋਈ ਬੈਠੇ, ਕੋਈ ਪਰਵਾਹ ਨਹੀਂ। ਪਰ ਰਿਸ਼ਤੇਦਾਰ ਕੋਲ ਨਾ ਬੈਠਿਓ, ਰੁੱਸ ਜਾਵੇਗਾ, ਸਾਨੂੰ ਇਸ ਗੱਲ ਦਾ ਦੁੱਖ ਹੈ। ਇਹ ਸਾਡੀ ਸ਼ਰਧਾ ਹੈ। ਤੋ ਮਹਾਰਾਜ ਕਹਿੰਦੇ ਜਿੰਨਾ ਗੁਰਬਾਣੀ ਦਾ ਕੋਈ ਵੱਧ ਸਤਿਕਾਰ ਕਰੇਗਾ, ਓਨਾ ਵੱਧ ਫਲ ਲੈ ਲਵੇਗਾ, ਤੇ ਜਿੰਨਾ ਕੋ ਸਤਿਕਾਰ ਕਰੇਗਾ ਫਲ ਬਿਲਕੁਲ ਓਨਾ ਮਿਲਦਾ ਹੈ। ਧੂਪ ਤੁਖਾਏ ਕਸਾਏ ਕੈ ਚੰਦਨ। ਧੂਪ ਦਿਖਾਈ ਜਾਵੇ, ਚੰਦਨ ਪੀਸਿਆ ਘਸਾਇਆ ਜਾਵੇ ਜੀ। ਕੇਸਰ ਕੋ ਰਚਾਵਹਿ ਗੋ। ਸਿੱਖੋ ਇਹ ਸਤਿਕਾਰ ਕਰਨਾ ਗੁਰਬਾਣੀ ਦਾ, ਸੁੰਦਰ ਸੁਗੰਧੀ ਕੇਸਰ ਛਿੜਕਣਾ, ਧੂੜਨਾ ਹੈ। ਭਾਵਨੀ ਧਰ ਕੈ ਚਾਹੇ ਉਮਾਵਤ। ਤੇ ਭਾਵਨਾ ਰੱਖ ਕੇ ਨਾ ਹਿਰਦੇ ਦੇ ਵਿੱਚ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰਬਾਣੀ ਦੀ ਖੁਸ਼ੀ ਦੇ ਨਾਲ ਦਇਓ ਸਪਰਿਤੀ ਦਰਸਾਵਹਿ ਗੋ। ਦਿਨ ਰਾਤ, ਦਿਨ ਪ੍ਰਤ ਦਿਨ, ਦਿਨ ਪ੍ਰਤੀ ਦਰਸਾਵਹਿ ਗੋ। ਦਿਓਸ ਦਿਨ ਪ੍ਰਤੀ ਦਿਨ ਮਹਾਰਾਜ ਦੇ ਦਰਸ਼ਨ ਕਰਨੇ ਆ, ਬੜੇ ਪ੍ਰੇਮ ਸਹਿਤ ਖੁਸ਼ੀ ਦੇ ਨਾਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਹਨ। ਪਾਠ ਕਰੈ ਕੇ ਸੁਨੈ ਮਨ ਏਕ ਹੋਵੈ। ਚਾਹੇ ਕੋ ਪਾਠ ਸੁਣ ਲਵੇ, ਜੇ ਕਰ ਸਕਦਾ ਹੈ ਤੇ ਇੱਕ ਮਨ ਲਾ ਕਰਕੇ ਗੁਰਬਾਣੀ ਪੜ੍ਹਿਆ ਕਰੇਗਾ। ਹੀ ਉਪਦੇਸ਼ ਬਸਾਵਹਿ ਗੋ। ਤੇ ਜਿਹੜਾ ਹਿਰਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਪਦੇਸ਼ ਵਸਾਵੇਗਾ, ਗੁਰਬਾਣੀ ਤੇ ਅਮਲ ਕਰੇਗਾ। ਦੇਖਤ ਹੀ ਕਰ ਜੋਰ ਦਊ। ਜਿਹੜਾ ਕੀ ਕਰਨਾ, ਮਹਾਰਾਜ ਕਹਿੰਦੇ ਫਿਰ ਸਤਿਗੁਰਾਂ ਦੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਉਂਦਿਆਂ ਵੇਖ ਕੇ ਖੜੇ ਹੋ ਜਾਣਾ ਭਾਈ। ਕਿਤੇ ਸਵਾਰਾ ਲੰਘਦਾ, ਮਹਾਰਾਜ ਕਹਿੰਦੇ ਸਰੂਪ ਨੂੰ ਵੇਖ ਕੇ ਖੜੇ ਹੋ ਜਾਣਾ, ਤੇ ਦੋਵੇਂ ਹੱਥ ਜੋੜ ਲੈਣੇ ਹਨ। ਮਨ ਨਮਰ ਹੋਵੈ ਸੀਸ ਨਿਵਾਵਹਿ ਗੋ। ਸਿੱਖੋ ਮਨ ਨੀਵਾਂ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਵੇਖਣਾ ਉਦੋਂ ਹੀ ਖੜੇ ਹੋ ਕਰਕੇ ਫਿਰ ਸ਼ੀਸ਼ ਨਵਾਉਣਾ, ਮੱਥਾ ਟੇਕਣਾ ਹੈ। ਔਰਨ ਕੋ ਉਪਦੇਸ਼ ਕਰੈ। ਤੇ ਹੋਰਾਂ ਨੂੰ ਜਿਹੜਾ ਉਪਦੇਸ਼ ਕਰਨਾ ਹੈ, ਗੁਰਬਾਣੀ ਸੁਣਾਉਣੀ ਹੈ। ਲਿਖ ਆਪ ਇਸੇ ਕਉ ਲਿਖਾਵਹਿ ਗੋ। ਉਹ ਆਪ ਜਿਹੜਾ ਵੈ ਲਿਖਣਾ ਵੈ, ਗੁਰਬਾਣੀ ਲਿਖ ਕੇ ਹੋਰਾਂ ਨੂੰ ਉਪਦੇਸ਼ ਕਰਨ ਵਾਸਤੇ ਹੋਰਾਂ ਤੋਂ ਵੀ ਜਿਹੜਾ ਵੈ ਗੁਰਬਾਣੀ ਲਿਖਵਾਉਣੀ ਹੈ। ਆਪ ਵੀ ਲਿਖਣੀ, ਪ੍ਰੇਰ ਕੇ ਹੋਰਾਂ ਨੂੰ ਵੀ ਗੁਰਬਾਣੀ ਲਿਖਵਾਉਣੀ ਹੈ। ਪ੍ਰੇਮ ਕਰੈ ਘਰ ਮਾਇਆ ਸਥਾਪੈ। ਤੇ ਪ੍ਰੇਮ ਕਰਨਾ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਘਰ ਵਿੱਚ ਜਗ੍ਹਾ ਦੇਣੀ ਹੈ। ਘਰ ਦੇ ਵਿੱਚ ਮਹਾਰਾਜ ਦਾ ਪਾਵਨ ਸਰੂਪ ਰੱਖ ਲੈਣਾ, ਵੀ ਜਾਂ ਮਹਾਰਾਜ ਕਹਿੰਦੇ ਸਮਾਂ ਆਵੇਗਾ ਘਰ ਵਿੱਚ ਭਾਈ ਸਰੂਪ ਰੱਖਣਾ ਹੈ। ਤੋ ਜਾਂ ਗੁਰਬਾਣੀ ਜਿੱਥੇ ਹੈ ਘਰ ਦੇ ਵਿੱਚ, ਉੱਥੇ ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਵੀ ਗੁਰਬਾਣੀ ਦੀਆਂ ਪੋਥੀਆਂ ਹੋਣ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੋਵੇ, ਨਿਮਰਤਾ ਸਹਿਤ ਸੀਸ ਨਿਵਾਉਣਾ ਹੈ, ਖੁਸ਼ੀ ਕਰਨੀ ਹੈ, ਔਰ ਸੁਗੰਧੀਆਂ ਵਾਲੀਆਂ ਵਸਤੂਆਂ ਛਿੜਕਣੀਆਂ। ਜਿੰਨੀ ਸ਼ਰਧਾ ਰੱਖੋਗੇ ਮਹਾਰਾਜ ਕਹਿੰਦੇ ਉਹਨਾਂ ਤੁਹਾਨੂੰ ਫਲ ਮਿਲੇਗਾ ਗੁਰਬਾਣੀ ਤੋਂ। ਪਾਠ ਸੁਣੇ ਹਰ ਖਾਵਹਿ ਗੋ। ਤੇ ਸਿੱਖੋ ਪਾਠ ਸੁਣ ਕੇ ਮਹਾਰਾਜ ਦਾ ਖੁਸ਼ ਹੋਣਾ ਹੈ, ਤੁਹਾਡੇ ਹਿਰਦੇ ਖਿੜਿਆ ਕਰਨਗੇ। ਸੋ ਜਗ ਬੰਧਨ ਛੇਦਨ ਕੈ ਨਰ। ਜਿਹੜਾ ਇਸ ਤਰ੍ਹਾਂ ਕਰੇਗਾ ਗੁਰਬਾਣੀ ਦਾ ਅਦਬ ਭੈ ਸਤਿਕਾਰ, ਤੋ ਮਹਾਰਾਜ ਕਹਿੰਦੇ ਉਹ ਭਾਈ ਜੱਗ ਦੇ ਸਾਰੇ ਬੰਧਨਾਂ ਤੋਂ ਛੇਦਨ ਜਾਂ ਬੰਧਨਾਂ ਨੂੰ ਕੱਟ ਕੇ, ਸਾਰੇ ਕਰਤਾ ਭੋਗਤਾ ਹੰਗਤਾ ਮਮਤਾ ਤੋਂ ਛੁੱਟ ਕਰਕੇ ਅੰਤ ਗਤੀ ਸ਼ੁਭ ਪਾਵਹਿ ਗੋ। ਅੰਤਲੇ ਸਮੇਂ ਸ਼੍ਰੇਸ਼ਟ ਗਤੀ ਪਰਮੇਸ਼ਰ ਦਾ ਸਰੂਪ ਹੋ ਜਾਵੇਗਾ, ਮੁਕਤੀ ਪ੍ਰਾਪਤ ਹੋਵੇਗੀ। ਕਾਰਜ ਹੋਏ ਸੰਪੂਰਨ ਬਾਂਛਤ। ਜੋ ਇੱਛਾ ਕਰੋਗੇ ਗੁਰਬਾਣੀ ਪੜ੍ਹਦਿਆਂ ਤੁਹਾਡਾ ਮਨ
ਫੁਰਨਾ ਕਰੇਗਾ ਉਹ ਤੁਹਾਡੀ ਇੱਛਾ ਸਤਿਗੁਰੂ ਪੂਰੀ ਕਰ ਦੇਵਣਗੇ। ਪਾਠ ਕਰੈ ਕੇ ਕਰਵਾਵਹਿ ਗੋ। ਚਾਹੇ ਕੋ ਪਾਠ ਕਰਦਿਆਂ ਤੇ ਚਾਹੇ ਕਰਵਾ ਲਵੇ ਜੀ, ਆਪ ਕਰੋ ਤੇ ਤਾਂ ਵੀ ਆ, ਜੇ ਨਹੀਂ ਮਹਾਰਾਜ ਕਹਿੰਦੇ ਹੁੰਦਾ ਪਾਠ ਤੇ ਕਿਸੇ ਤੋਂ ਕਰਵਾ ਲਓ। ਪਰ ਜੋ ਇੱਛਾ ਤੁਹਾਡੇ ਮਨ ਵਿੱਚ ਹੋਵੇਗੀ ਉਹਦੀ ਪੂਰਤੀ ਵਾਸਤੇ ਜਾਂ ਪਾਠ ਕਰ ਲੈਣਾ ਜਾਂ ਕਿਸੇ ਤੋਂ ਕਰਵਾ ਲੈਣਾ ਹੈ। ਭੋਗ ਪਰੇ ਕਰਵਾਏ ਤੇ ਹਾਵਲ। ਜਦੋਂ ਕੋਈ ਸਹਿਜ ਪਾਠ ਅਖੰਡ ਪਾਠ ਸਾਹਿਬ ਕਰਵਾਉਣਾ ਹੈ, ਜਦੋਂ ਭੋਗ ਪੈਣਾ ਹੈ, ਉਦੋਂ ਪਹਿਲਾਂ ਪੰਚਮ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਕਰਨੀ ਹੈ। ਆਪ ਖੁਰ ਹੋਏ ਜਾਵਹਿ ਗੋ। ਤੇ ਜਦੋਂ ਸਿੱਖ ਜਾਂ ਕੋਈ ਅਰਦਾਸ ਕਰੇਗਾ, ਅਰਦਾਸੀਆ ਪੜ੍ਹਨ ਵਾਲਾ, ਤੇ ਆਪ ਵੀ ਉਸ ਅਰਦਾਸ ਦੇ ਵਿੱਚ ਨਾਲ ਖੜੇ ਹੋਣਾ। ਤੇ ਜਦੋਂ ਅਰਦਾਸ ਹੁੰਦੀ, ਸਾਧ ਸੰਗਤ ਜੀ ਸਾਡੇ ਘਰਾਂ ਵਿੱਚ ਤੇ ਅਸੀਂ ਰਿਸ਼ਤੇਦਾਰ ਸਾਂਭਦੇ ਫਿਰਦੇ ਹਾਂ ਵੀ ਸਾਰਾ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਾਇਆ ਹੈ, ਪਰ ਜਦੋਂ ਅਰਦਾਸ ਦਾ ਸਮਾਂ ਹੁੰਦਾ ਤੇ ਪਰਿਵਾਰ ਚੋਂ ਕੋਈ ਨਹੀਂ ਕੋਲ ਹੁੰਦਾ ਲਾਗੇ। ਪਰ ਮਹਾਰਾਜ ਕਹਿੰਦੇ ਸਿੱਖੋ, ਜਦੋਂ ਸਹਿਜ ਪਾਠ ਅਖੰਡ ਪਾਠ ਸਾਹਿਬ ਕੋਈ ਕਰਵਾਉਣਾ, ਬਾਣੀ ਪੜ੍ਹੀ ਜਾਵੇਗੀ, ਭੋਗ ਵੇਲੇ ਅਰਦਾਸ ਕਰਨ ਵਾਲੇ ਅਰਦਾਸੀ ਸਿੱਖ ਦੇ ਪਾਸ ਤੁਸੀਂ ਵੀ ਹੱਥ ਜੋੜ ਕੇ ਖੜ ਜਾਣਾ ਹੈ। ਹੱਥ ਕੋ ਜੋੜ ਕਰੈ ਅਰਦਾਸ। ਜਦੋਂ ਕੋਈ ਸਿੱਖ ਜੇ ਕਿਸੇ ਤੋਂ ਕਰਵਾਇਆ ਪੜ੍ਹਾਇਆ ਪਾਠ ਸਹਿਜ ਪਾਠ ਤੇ ਸਿੱਖ ਅਰਦਾਸ ਜਦੋਂ ਕਰੇਗਾ, ਜਾਂ ਜਦੋਂ ਆਪ ਪਾਠ ਤੁਸਾਂ ਕੋਈ ਕੀਤਾ ਹੈ, ਜਦੋਂ ਅਰਦਾਸ ਕਰਨੀ ਹੱਥ ਜੋੜ ਕਰਕੇ। ਮਨੋਰਥ ਕੋ ਮਨ ਲਿਆਵਹਿ ਗੋ। ਜਦੋਂ ਕੋਈ ਸਿੱਖ ਅਰਦਾਸ ਕਰੇਗਾ, ਜਿਹਨੇ ਪਾਠ ਕੋਈ ਸਹਿਜ ਪਾਠ ਅਖੰਡ ਪਾਠ ਸਾਹਿਬ ਕੀਤਾ ਹੈ, ਉਦੋਂ ਮਨ ਵਿੱਚ ਆਪਦਾ ਫੁਰਨਾ ਲੈ ਆਉਣਾ ਵੀ ਮਹਾਰਾਜ, ਚਾਹੇ ਸਿੱਖ ਅਰਦਾਸੀਆ ਅਰਦਾਸ ਕਰਦਾ, ਹੱਥ ਜੋੜ ਕੇ ਫੁਰਨਾ ਮਨ ਵਿੱਚ ਲੈ ਆਉਣਾ ਵੀ ਮਹਾਰਾਜ ਆਹ ਇੱਛਾ ਰੱਖ ਕੇ ਸਤਿਗੁਰੂ ਅਸੀਂ ਪਾਠ ਕਰਵਾਇਆ, ਦਇਆ ਕਰੋ ਮਹਾਰਾਜ, ਸਾਡੇ ਤੇ ਮਿਹਰ ਕਰੋ, ਇਹ ਕਾਮਨਾ ਪੂਰੀ ਕਰੋ। ਤੇ ਜੇ ਆਪ ਅਰਦਾਸ ਕਰਨੀ ਤਾਂ ਫਿਰ ਵੀ ਮਨ ਵਿੱਚ ਫੁਰਨਾ ਲੈ ਆਉਣਾ ਹੈ। ਕਿਆ ਨਾ ਕਹੋ ਤੇ ਪੂਰਨ ਹੋਵੈ। ਮਹਾਰਾਜ ਕਹਿੰਦੇ ਇਹ ਸਾਧ ਸੰਗਤ ਭਾਈ ਬੰਨੋ, ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ, ਇਹ ਕਿਵੇਂ ਹੋ ਸਕਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅੱਗੇ ਕੋਈ ਸਿੱਖ ਅਰਦਾਸ ਕਰੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਅਰਦਾਸ ਸੁਣਨ ਨਾ? ਇਹ ਨਹੀਂ ਹੋ ਸਕਦਾ। ਉਹ ਮਹਾਰਾਜ ਸਤਿਗੁਰੂ ਸਿੱਖ ਦੀ ਅਰਦਾਸ ਜ਼ਰੂਰ ਸੁਣਨਗੇ। ਚਿਤ ਚਾਹਤ ਸੋ ਨਰ ਪਾਵਹਿ ਗੋ। ਜੋ ਇੱਛਾ ਹੋਊਗੀ ਸਿੱਖ ਦੀ, ਮਹਾਰਾਜ ਉਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਉਹੀ ਪ੍ਰਾਪਤ ਕਰ ਲਵੇਗਾ। ਸਿੱਖ ਸਰੀਰ ਤਜੈ ਤਿਸ ਪਿਛੈ ਹੈ। ਤੇ ਜੇ ਕਿਤੇ ਕੋਈ ਸਿੱਖ ਸਰੀਰ ਛੱਡ ਜਾਵੇ, ਚੜ੍ਹਾਈ ਕਰ ਜਾਵੇ, ਉਸ ਸਿੱਖ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਗ੍ਰੰਥ ਕੋ ਪਾਠ ਕਰਾਵਹਿ ਗੋ। ਆਹ ਸਾਧ ਸੰਗਤ ਜੀ ਇਤਿਹਾਸਕ ਪ੍ਰਮਾਣ ਹੈ ਜਿਹੜੇ ਚੜ੍ਹਾਈ ਕਰਨ ਤੇ ਸੁਖਮਣੀ ਸਾਹਿਬ ਤੇ ਭੋਗ ਪਵਾ ਕੇ ਕਹਿੰਦੇ ਜੀ ਲਓ ਹੁਣ ਸਾਰੇ ਹੀ ਐਂ ਕਰਦੇ, ਕੀ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਗੱਲ ਮੂੰਹੋਂ ਕਹਿ ਰਹੇ ਹੈ ਕਿ ਸਾਧ ਸੰਗਤ ਜੀ, ਜਦੋਂ ਕੋਈ ਸਿੱਖ ਚੜ੍ਹਾਈ ਕਰ ਜਾਵੇ, ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੋਂ ਪਾਠ, ਭਾਵ ਸਰੂਪ ਤੋਂ ਸੰਪੂਰਨ ਪਾਠ, ਚਾਹੇ ਸਹਿਜ ਪਾਠ ਹੈ ਚਾਹੇ ਅਖੰਡ ਪਾਠ ਸਾਹਿਬ ਹੈ, ਤੋਂ ਸਾਰੇ ਸੰਪੂਰਨ ਗੁਰਬਾਣੀ ਦਾ ਪਾਠ ਕਰਵਾਇਆ ਜਾਵੇ। ਪੋਸ਼ਸ਼ ਕੋ ਅਰਪੈ ਤਬ ਪਾਠਕ। ਪਾਠਕ ਕੌਣ ਹੈ? ਜਿਹੜਾ ਪਾਠ ਪੜ੍ਹਨ ਵਾਲਾ ਹੈ। ਜਿਹੜਾ ਪੜ੍ਹਨ ਵਾਲਾ ਹੈ ਉਹ ਗੁਰਬਾਣੀ ਨੂੰ, ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਣ ਵਾਲਾ ਸਿੱਖ ਹੈ, ਤੋ ਸਤਿਗੁਰੂ ਕਹਿੰਦੇ ਸਾਧ ਸੰਗਤ ਜੀ ਉਹਨੂੰ ਸੁੰਦਰ ਪੋਸ਼ਾਕੇ ਖੁਸ਼ੀ ਲੈਣ ਵਾਸਤੇ ਭੇਟ ਕਰਨੇ ਹਨ। ਭੋਜਨ ਚਾਰ ਖੁਲਾਵਹਿ ਗੋ। ਸੁੰਦਰ ਭੋਜਨ ਜਿਹੜਾ ਛਕਾ ਕੇ ਉਸ ਸਿੱਖ ਦੀ ਖੁਸ਼ੀ ਲੈਣੀ ਹੈ ਵੀ ਤੂੰ ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਸ਼ਬਦ ਹੈ ਖਾਲਸਾ ਜੀ। ਮਹਾਰਾਜ ਕਹਿੰਦੇ ਵੀ ਜੇ ਸਾਨੂੰ ਕੋਈ ਗੱਲ ਸੁਣਾਵੇ ਪਰਮੇਸ਼ਰ ਦੀ, ਅਸੀਂ ਸਿਰ ਵੱਢ ਕੇ ਉਹਨੂੰ ਕਹੀਏ ਲੈ ਇਹਦੇ ਤੇ ਬਹਿ ਜਾ ਸਿੱਖਾ, ਤੂੰ ਸਾਨੂੰ ਗੁਰਬਾਣੀ ਸੁਣੇ, ਅਸੀਂ ਆਪਦਾ ਸਿਰ ਵੱਢ ਕੇ ਉਹਨੂੰ ਕਹਿ ਦਈਏ ਲੈ ਸਿੱਖਾ ਇਹ ਸਿਰ ਤੇ ਬਹਿ ਸਾਡੇ ਤੇ ਬਿਨਾਂ ਸਿਰ ਤੋਂ ਇਕੱਲੇ ਧੜ ਨਾਲ ਉਹਦੇ ਪੈਰ ਮਲੀਏ, ਉਹਦੇ ਚਰਨ ਧੋਈਏ ਵੀ ਤੂੰ ਸਾਨੂੰ ਪਰਮੇਸ਼ਰ ਦੀ, ਸਾਡੇ ਗੁਰੂ ਦੀ ਗੱਲ ਸੁਣਾਉਣਾ ਹੈ। ਇਹ ਸਾਧ ਸੰਗਤ ਜੀ ਬਾਣੀ ਸੁਣਾਉਣ ਵਾਲੇ ਦਾ ਅਦਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰ ਰਹੇ ਹੈ ਵੀ ਜਿਹੜਾ ਸਾਨੂੰ ਗੁਰਬਾਣੀ ਸੁਣਾਵੇ ਤੋ ਉਹਨੂੰ ਸੀਸ ਵੱਢ ਕੇ ਅਸੀਂ ਦੇ ਦਈਏ ਵੀ ਲੈ ਮੂੜਾ ਲੈ ਇਹਦੇ ਤੇ ਬੈਠ, ਤੇ ਬਿਨਾਂ ਸਿਰ ਤੋਂ ਅਸੀਂ ਇਕੱਲੇ ਧੜ ਨਾਲ ਸੇਵਾ ਕਰੀਏ। ਤੋ ਮਹਾਰਾਜ ਕਹਿੰਦੇ ਪਾਠਕ ਜਿਹੜਾ ਵੈ ਯਥਾ ਸ਼ਕਤ ਜਿਹੜਾ ਭੋਜਨ ਪ੍ਰਸ਼ਾਦਾ ਪੋਸ਼ਾਕੇ ਦੇ ਨਾਲ ਉਹਦੀ ਮਨ ਲਾ ਕਰਕੇ ਸੇਵਾ ਕਰਨੀ ਹੈ। ਔਰ ਜਥਾ ਸ਼ਕਤੀ ਤੇ ਹੋ ਸੇਵਾ ਹੈ। ਹੋਰ ਤਨ ਕਰਕੇ ਮਨ ਧਨ ਕਰਕੇ ਜਥਾ ਸ਼ਕਤੀ ਹੈ, ਜਿੰਨਾ ਬਲ ਪੈਂਦਾ ਹੈ ਓਨੀ ਪਾਠਕ ਪੜ੍ਹਨ ਵਾਲੇ ਸਿੱਖ ਦੀ ਸੇਵਾ ਕਰਨੀ ਹੈ। ਲਿਆਏ ਕਰਾਹੋ ਵਰਤਾਵਹਿ ਗੋ। ਤੇ ਫਿਰ ਭੋਗ ਸਮੇਂ ਕੜਾਹ ਪ੍ਰਸ਼ਾਦ ਲਿਆ ਕਰਕੇ ਵਰਤਾਉਣਾ ਹੈ। ਸੋ ਸਿੱਖ ਹੋਏ ਸੁਖੀਨ ਮਹਾ। ਤੇ ਪਰਲੋਕ ਜਿਹੜਾ ਚੜ੍ਹਾਈ ਕੀਤਾ ਹੋਇਆ ਸਿੱਖ ਹੈ ਉਹ ਬੜਾ ਸੁਖ ਪ੍ਰਾਪਤ ਹੋਵੇਗਾ ਉਹਨੂੰ,
ਕਿਉਂਕਿ ਕੱਲ ਹੋਰ ਤਾਂ ਕੁਝ ਜਾਂਦਾ ਨਹੀਂ। ਸਾਧ ਸੰਗ ਜੀ ਜਾਣੀ ਉਹ ਜਿਹੜੀ ਬਾਣੀ ਪੁੰਨਦਾਨ ਉਹ ਆਪਦੇ ਰਹਿੰਦਿਆਂ ਕਰ ਗਿਆ, ਜਾਂ ਉਹਦੇ ਨਿਮਿਤ ਕੋਈ ਪਾਠ ਪੂਜਾ ਹੋ ਗਈ। ਕਿਉਂਕਿ ਕਰਮ ਹੁੰਦੇ ਆ, ਇੱਕ ਨਿਤ ਕਿਰਿਆ ਨਿਮਿਤ ਕਿਰਿਆ, ਇਸ ਤਰ੍ਹਾਂ ਖਾਲਸਾ ਜੀ ਉਹ ਕਰਮ ਹੁੰਦੇ ਆ ਵੀ ਇੱਕ ਨਿਤ ਕਰਮ ਹੈ, ਕੋਈ ਨਿਮਿਤ ਕਰਮ ਹੈ, ਸੰਚਿਤ ਕਰਮ ਹੈ, ਕਿਰਿਆ ਕਰਮ ਹੈ। ਤੋ ਉਹ ਪ੍ਰਾਲਬਧ ਬਣਦੀ ਹੈ। ਨਿਮਿਤ ਵੀ ਕਿਸੇ ਦੇ ਨਿਮਿਤ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਹੇ ਸਾਧ ਸੰਗਤ ਜੀ, ਉਹ ਸਿੱਖ ਸੌਖਾ ਹੋਵੇਗਾ ਪਰਲੋਕ ਦੇ ਅੰਦਰ, ਪਰਲੋਕ ਬਿਖੈ ਹਰ ਖਾਵੈ ਹੈ ਗੋ। ਜਿਹਦੇ ਨਿਮਿਤ ਕੋ ਪਾਠ ਸਹਿਜ ਪਾਠ ਕਰਵਾਇਆ ਹੋਵੇਗਾ ਤੋ ਅੰਤਲੇ ਸਮੇਂ ਪਰਲੋਕ ਵਿੱਚ ਉਹ ਖੁਸ਼ੀ ਪ੍ਰਾਪਤ ਕਰੇਗਾ। ਬਾਣੀ ਦਾ ਪ੍ਰਤਾਪ ਉੱਥੇ ਵਰਤੇਗਾ ਉਸ ਤਾਈਂ। ਔਰ ਕਹਾਂ ਲਗ ਜੇ ਜਗ ਕਾਰਜ। ਮਹਾਰਾਜ ਕਹਿੰਦੇ ਹੋਰ ਵੀ ਜਿੰਨੇ ਵੀ ਸੰਸਾਰ ਦੇ ਕਿੱਥੋਂ ਤੀਕਰ ਮਰਜੀ ਵੱਡੇ ਤੋਂ ਵੱਡੇ ਸੰਸਾਰ ਦੇ ਕਾਰਜ ਹਨ, ਪਾਠ ਕਰੇ ਸਿੱਧ ਹੋਵਹਿਗੇ। ਕੋਈ ਮਨ ਲਾ ਕੇ ਸਿੱਖ ਪਾਠ ਕਰੇ ਗੁਰਬਾਣੀ ਦਾ, ਉਹਦੇ ਸਾਰੇ ਕਾਰਜ ਸਿੱਧ ਹੋਵਣਗੇ ਜੀ। ਸੰਤ ਮਹੰਤ ਚਹਿ ਨਹਿ ਜਾ ਪਾਠ। ਜਿਹੜੇ ਕੋ ਸੰਤ ਮਹੰਤ ਹੈ, ਕੋਈ ਗੁਰਮੁਖ ਪਿਆਰੇ ਹੈ, ਜਿਹੜੇ ਇੱਛਾ ਕਰਕੇ ਪਾਠ ਨਹੀਂ ਕਰਦੇ, ਨਿਸ਼ਕਾਮ ਪਾਠ ਕਰਦੇ ਹਨ, ਕਰਨਗੇ। ਪ੍ਰੇਮ ਕਰੇ ਪ੍ਰਭ ਜੋ ਬਹਿਗੇ। ਕੱਲੇ ਪ੍ਰੇਮ ਦੇ ਨਾਲ ਹੀ ਬਾਣੀ ਪੜ੍ਹਦੇ ਆ, ਕਹਿੰਦੇ ਉਹਨਾਂ ਨੂੰ ਫਲ ਮਿਲੇਗਾ, ਉਹ ਪ੍ਰਭ ਜੋ ਵਹਿੰਗੇ। ਪ੍ਰਭੂ ਪਰਮੇਸ਼ਰ ਦੇ ਸਾਖਸ਼ਾਤ ਦਰਸ਼ਨ ਹੋਵਣਗੇ। ਦਇਓਸ ਨਿਸਾ ਸਿਮਰੈ ਸਤਿ ਨਾਮ। ਦਿਨ ਰਾਤ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨਗੇ। ਕਿ ਗ੍ਰੰਥ ਪਠੈ ਅਗ ਖੋਵਹਿਗੇ। ਜਾਂ ਗੁਰਬਾਣੀ ਪੜਨਗੇ ਉਹ ਭਾਈ ਅਗ ਪਾਪ ਖੋਵਹਿਗੇ, ਨਾਸ਼ ਕਰ ਲੈਣਗੇ, ਪਾਪਾਂ ਤੋਂ ਮੁਕਤ ਹੋ ਜਾਵਣਗੇ, ਸਭ ਪਾਪ ਕੱਟੇ ਜਾਵਣਗੇ। ਅੰਤ ਸਮੈ ਜਮ ਕੋ ਨਾ ਪਿਖੈ। ਅੰਤਲੇ ਸਮੇਂ ਜਮਾਂ ਦਾ ਰਾਹ ਨਹੀਂ ਵੇਖਣਾ ਪਵੇਗਾ। ਮਿਲ ਆਏ ਹਮੈ ਸੋ ਅਲੋਬਹਿਗੇ। ਤੇ ਅੰਤਲੇ ਸਮੇਂ ਮਹਾਰਾਜ ਕਹਿੰਦੇ ਸਾਡੇ ਵਿੱਚ ਅਭੇਦ ਹੋ ਜਾਇਆ ਕਰਨਗੇ। ਦੋਹਰਾ ਬੈਠੇ ਸ਼੍ਰੀ ਗੁਰੂ ਰਾਮ ਸਰ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਨੇ ਖਾਲਸਾ ਜੀ ਸਹਿਜ ਪਾਠ ਗੁਰਬਾਣੀ ਪੜਨ ਦਾ ਫਲ ਸਿੱਖਾਂ ਨੂੰ ਦੱਸਿਆ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਰਾਮਸਰ ਸਾਹਿਬ ਜਿਵੇਂ ਬੈਠੇ ਹੋਏ ਸਜੇ ਹਨ। ਬੰਨੋ ਆਨਿਓ ਗ੍ਰੰਥ। ਇਹ ਮਹਾਰਾਜ ਸਮਝਾ ਰਹੇ ਤੇ ਭਾਈ ਬੰਨੋ ਜੀਆਂ ਜਿਹੜੀ ਪੋਥੀ ਜਾਂ ਗ੍ਰੰਥ ਜਿਹੜਾ ਸਰੂਪ ਦੋਵੇਂ ਹੀ ਲੈ ਕੇ ਮਹਾਰਾਜ ਪਾਸ ਆਂਦੇ ਆ। ਤਹਾਂ ਮਹਾਤਮ ਇਹ ਕਹਿਓ। ਉੱਥੇ ਮਹਾਰਾਜ ਨੇ ਮਹਾਤਮ ਰਾਮਸਰ ਸਾਹਿਬ ਦੇ ਸਥਾਨ ਤੇ ਜਦੋਂ ਭਾਈ ਬੰਨੋ ਜੀ 2 ਬੀੜਾਂ ਲੈ ਕੇ ਆਏ, ਇੱਕ ਆਪਦੀ ਲਿਖੀ ਹੋਈ ਇੱਕ ਮਹਾਰਾਜ ਵਾਲਾ ਸਰੂਪ, ਉੱਥੇ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸੰਗਤਾਂ ਨੂੰ ਇਹ ਮਹਾਤਮ ਦੱਸਿਆ ਹੈ। ਦੀਨ ਦੇਨ ਸੀ ਸੀਖ ਨਿਜ ਪੰਥ। ਤੇ ਮਹਾਰਾਜ ਨੇ ਆਪਣੇ ਸਿੱਖੀ ਪੰਥ ਦੇ ਉੱਪਰ ਚੱਲਣ ਦੀ ਸਿੱਖਿਆ ਦੇਣ ਵਾਸਤੇ ਸਭ ਸੰਗਤਾਂ ਨੂੰ ਸੁਣਾਇਆ, ਮਰਿਆਦਾ ਦ੍ਰਿੜ ਕਰਵਾਈ ਹੈ। ਚੌਪਈ ਤਿਆਰ ਭਇਓ ਜਬ ਜਲਤ ਬੰਧਾਈ। ਜਦੋਂ ਸਰੂਪ ਤਿਆਰ ਹੋਇਆ ਫਿਰ ਖਾਲਸਾ ਜੀ ਭਾਈ ਬੰਨੋ ਜੀ ਵਰਗਿਆਂ ਨੂੰ ਭੇਜ ਕੇ ਲਾਹੌਰ ਤੋਂ ਜਿਲਤ ਬਣਵਾ ਲਈ ਹੈ। ਬੁੱਢੇ ਸੋ ਗੁਰ ਗਿਰਾ ਅਲਾਈ। ਸਰੂਪ ਦੀ ਜਿਲਤ ਤਿਆਰ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ। ਫਿਰ ਸਤਿਗੁਰਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਤਰ੍ਹਾਂ ਬਚਨ ਕੀਤਾ ਹੈ। ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਹੇ ਬਾਬਾ ਬੁੱਢਾ ਸਾਹਿਬ ਮਹਾਂਪੁਰਖੋ, ਹੁਣ ਆਪ ਦੱਸੋ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਕਿੱਥੇ ਸੁਭਾਏਮਣ ਕੀਤਾ ਜਾਵੇ, ਇਹਨੂੰ ਕਿੱਥੇ ਪ੍ਰਕਾਸ਼ ਕਰਨਾ ਹੈ। ਨਿਤ ਸ਼ੋਭਿਤ ਜਹ ਮਹਿਦ ਮਹਾਨਾ। ਜਿੱਥੇ ਵੱਧ ਤੋਂ ਵੱਧ ਨਿਤਾ ਪ੍ਰਤੀ ਇਹ ਸ਼ੋਭਾ ਪਾਇਆ ਕਰੇ ਸਤਿਗੁਰਾਂ ਦੀ ਬਾਣੀ। ਹਾਥ ਜੋਰ ਤਬ ਤਿਨ ਤਿਬ ਤਬਹ ਬਖਾਨੋ। ਤੇ ਧੰਨ ਗੁਰੂ ਗ੍ਰੰਥ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਸੁਣ ਕੇ ਬਾਬਾ ਬੁੱਢਾ ਸਾਹਿਬ ਦੀਆਂ ਹੱਥ ਜੋੜੇ ਤੇ ਗਰੀਬ ਨਵਾਜ ਨੂੰ ਬੇਨਤੀ ਰੂਪ ਆਖਿਆ ਹੈ। ਸ਼੍ਰੀ ਗੁਰੂ ਤੁਮ ਤੇ ਕੌਣ ਸਿਆਨੋ। ਮਹਾਰਾਜ ਅਸੀਂ ਕੀ ਦਸੀਏ, ਸਤਿਗੁਰੂ ਤੁਹਾਥੋਂ ਵੱਡਾ ਸਿਆਣਾ ਹੋਰ ਕੌਣ ਸਭਾ ਅੰਦਰ ਸੰਸਾਰ ਅੰਦਰ। ਤਉ ਸੁਨਹੁ ਸਰ ਸੁਦਾ ਮੰਝਾਰਾ। ਪਰ ਜੇ ਫਿਰ ਵੀ ਇਹ ਸਾਨੂੰ ਮਾਣ ਬਖਸ਼ ਕੇ ਪੁੱਛ ਦਿਓ ਤੇ ਸੁਣੋ ਮਹਾਰਾਜ, ਜਿਹੜਾ ਅੰਮ੍ਰਿਤ ਸਰੋਵਰ ਆਪ ਜੀਆਂ ਬਣਾਇਆ ਹੈ। ਹਰ ਮੰਦਿਰ ਸੁੰਦਰ ਦਰਬਾਰਾ। ਉਹਦੇ ਵਿੱਚ ਹਰਮੰਦਰ ਸਾਹਿਬ ਦਾ ਸੋਹਣਾ ਦਰਬਾਰ ਮਹੱਲ ਸਾਜਿਆ ਹੈ। ਸਦਾ ਸਥਾਪਨ ਗ੍ਰੰਥ ਸੁਲਾਇਕ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਦਾ ਵਾਸਤੇ ਉੱਥੇ ਥਾਪ ਦਿੱਤਾ ਜਾਵੇ,
ਕਿਉਂਕਿ ਹਰਿਮੰਦਰ ਸਾਹਿਬ ਯੋਗ ਜਗ੍ਹਾ ਹੈ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਲਈ। ਸੋਭੈ ਗੋਏ ਮਤਾਹਾਂ ਸੁਭਾਇਕ। ਮਹਾਰਾਜ ਬੜਾ ਸੋਭਾ ਪਾਵੇਗਾ ਪਾਵਨ ਪਵਿੱਤਰ ਸਰੂਪ। ਸਹਿਜਾ ਸੇਸ ਸਮੁੰਦਰ ਮਝਾਰੇ। ਮਹਾਰਾਜ ਜਿਵੇਂ ਸ਼ੇਸ਼ ਨਾਗ ਦੀ ਸੇਜਾ ਹੈ ਨਾ ਸਮੁੰਦਰ ਦੇ ਵਿੱਚ, ਜਥਾ ਸ਼ੇਖ ਸਾਈ ਛਬ ਧਾਰੇ। ਤੇ ਜਿਵੇਂ ਜਿਹੜਾ ਉਹ ਮਹਾਵਿਸ਼ਨੂੰ ਉਹਦੇ ਉੱਪਰ ਸ਼ੋਭਾ ਧਾਰਦਾ ਹੈ, ਉਹ ਸਮੁੰਦਰ ਦੇ ਵਿੱਚ ਸ਼ੇਸ਼ ਨਾਗ ਦੀ ਸੇਜਾ ਤੇ ਮਹਾਵਿਸ਼ਨ ਪਰਮੇਸ਼ਰ ਬਿਰਾਜਦੇ ਹਨ, ਸ਼ੋਭਾ ਪਾਉਂਦੇ ਆ। ਮਨਹ ਬੀਚ ਬੈਕੁੰਠ ਸਮੁੰਦਰ। ਮਹਾਰਾਜ ਇਸ ਤਰ੍ਹਾਂ ਇਹ ਹਰਿਮੰਦਰ ਸਾਹਿਬ ਸਰੋਵਰ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰਿਮੰਦਰ ਵਿੱਚ ਸ਼ੋਭਾ ਪਾਉਣਗੇ। ਇਉਂ ਮਾਨੋ ਜਿਵੇਂ ਸੱਚਖੰਡ ਦੇ ਅੰਦਰ ਵਿਸ਼ਨ ਬਿਰਾਜਹਿ ਛਬ ਸੋ ਅੰਦਰ। ਜਿਵੇਂ ਸ਼ੋਭਾ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਬਿਰਾਜਦੇ ਹੈ, ਇਸ ਤਰ੍ਹਾਂ ਬੈਕੁੰਠ ਤਾਂ ਹੈ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮੇਸ਼ਰ ਹਨ। ਜਿਵੇਂ ਅਕਾਲ ਪੁਰਖ ਸੱਚਖੰਡ ਵਿੱਚ ਸ਼ੋਭਾ ਪਾਉਂਦੇ ਹੈ, ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ੋਭਾ ਪਾਉਣਗੇ। ਸੁਣਤ ਪ੍ਰਸੰਨ ਗੁਰੂ ਬਹੁ ਭਏ। ਬਾਬਾ ਜੀ ਤੋਂ ਸੁਣ ਕੇ ਸਤਿਗੁਰੂ ਬੜੇ ਖੁਸ਼ ਹੋਏ ਹਨ। ਜਥਾ ਜੋਗ ਇਨ ਵਰਣਨ ਕਏ। ਮਹਾਰਾਜ ਨੇ ਆਖਿਆ ਯਥਾ ਯੋਗ ਵਰਣਨ ਕੀਤਾ ਇਹਨਾਂ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਵਾਕਿਆ ਹੀ ਹਰਿਮੰਦਰ ਸਾਹਿਬ ਹੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕਰਨ ਦਾ ਬਿਲਕੁਲ ਯੋਗ ਜਗ੍ਹਾ ਸਥਾਨ ਹੈ। ਬਣਿਓ ਸੁਧਾਸਰ ਵਿੱਚ ਹਰ ਮੰਦਿਰ। ਜਿਹੜਾ ਅੰਮ੍ਰਿਤ ਸਰੋਵਰ ਵਿੱਚ ਹਰਿਮੰਦਰ ਸਾਹਿਬ ਬਣਿਆ ਹੈ। ਇਸ ਸਮ ਨਹੀਂ ਤ੍ਰਿਲੋਕੀ ਅੰਦਰ। ਸਤਿਗੁਰੂ ਵਿਚਾਰਦੇ ਵੀ ਤਿੰਨਾਂ ਲੋਕਾਂ ਦੇ ਵਿੱਚ ਵੀ ਹਰਿਮੰਦਰ ਸਾਹਿਬ ਵਰਗਾ ਹੋਰ ਸਥਾਨ ਨਹੀਂ ਹੋ ਸਕਦਾ। ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ। ਜਿਸ ਤਰ੍ਹਾਂ ਅਸੀਂ ਹਰਿਮੰਦਰ ਸਾਹਿਬ ਸੋਹਣਾ ਬਣਿਆ ਹੋਇਆ ਹੈ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬੜਾ ਸੁੰਦਰ ਰਚਿਆ ਹੈ। ਸਰਬੋਤਮ ਹਰ ਨਾਮ ਨਖਚਿਓ। ਤੇ ਸਾਰਿਆਂ ਤੋਂ ਸ਼੍ਰੇਸ਼ਟ ਉੱਤਮ ਹਰੀ ਪਰਮੇਸ਼ਰ ਦਾ ਨਾਮ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਉਚਿਤ ਮੇਲ ਦੋਨਾਂ ਕੋ ਬਨੈ। ਤੇ ਹਰਿਮੰਦਰ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਮੇਲ ਬਣੇਗਾ, ਦੋਹਾਂ ਦਾ ਵੀ। ਹਰਿਮੰਦਰ ਸਾਹਿਬ ਦੀ ਸ਼ੋਭਾ ਵੀ ਬਾ ਕਮਾਲ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਸ਼ੋਭਾ ਹੈ। ਨਿਸ ਬਾਸੁਰ ਹਰ ਕੀਰਤਨ ਭਨੈ। ਤੇ ਸਮਾਂ ਦਿਨ ਰਾਤ ਸੰਗਤਾਂ ਇੱਥੇ ਕੀਰਤਨ ਕਰਿਆ ਕਰਨ, ਪਰਮੇਸ਼ਰ ਦੀ ਸ਼ੋਭਾ ਗਾਇਆ ਕਰਨਗੀਆਂ ਹਰਿਮੰਦਰ ਸਾਹਿਬ ਅੰਦਰ। ਸੁਣ ਗੁਰਦਾਸ ਸੁਬਾਕ ਹਮਾਰੇ। ਮਹਾਰਾਜ ਬੋਲੇ, ਕਹਿੰਦੇ ਹੇ ਭਾਈ ਗੁਰਦਾਸ ਜਰਾ ਸਾਡੇ ਬਚਨ ਸੁਣੋ ਜੀ। ਸ਼੍ਰੀ ਗੁਰੂ ਰਾਮਦਾਸ ਦਰਬਾਰੇ। ਵੀ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਹਰਿਮੰਦਰ ਸਾਹਿਬ ਹੈ। ਦਿਨ ਪ੍ਰਤਪਦ ਹੈ ਸਮਾਜ ਬਡੇਰੇ। ਇੱਥੇ ਦਿਨ ਬਰ ਦਿਨ ਸਮਾਜ ਭਾਵ ਸੰਗਤਾਂ ਤੇ ਹੋਰ ਮਾਇਆ ਧਾਇਆ ਸਾਜੋ ਸਮਾਨ ਵੱਧ ਰਿਹਾ ਹੈ। ਦੁਖ ਦਾਰਿਦ ਕੋ ਆਏ ਨ ਨੇਰੇ। ਤੇ ਦੁੱਖ ਦਲਿੱਦਰ ਹਰਿਮੰਦਰ ਸਾਹਿਬ ਵਿੱਚ ਦਰਸ਼ਨ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦਾ ਹੈ। ਹਰ ਮੰਦਿਰ ਹਰ ਰੂਪ ਬਿਲੰਦਾ। ਹੇ ਭਾਈ ਗੁਰਦਾਸ ਜੀ ਹਰਿਮੰਦਰ ਸਾਹਿਬ ਤਾਂ ਪਰਮੇਸ਼ਰ ਦਾ ਸੁੰਦਰ ਸਰੂਪ ਹੈ। ਸੇਵਹਿ ਸਿੱਖ ਬ੍ਰਿੰਦ ਮੁਕੰਦਾ। ਤੇ ਸਾਰੇ ਸਿੱਖ ਇਸ ਹਰਿਮੰਦਰ ਸਾਹਿਬ ਮੁਕਤੀ ਦਾਤਿਆਂ ਨੂੰ ਸੇਵਦੇ ਪਰਮੇਸ਼ਰ ਨੂੰ। ਲక్ష్ਮੀ ਨਿਸਬਾਸੁਰ ਇਸ ਸੇਵਾ ਹੈ। ਤੇ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲక్ష్ਮੀ ਜਿਹੜੀ ਆ ਉਹ ਦਿਨ ਰਾਤ ਸੇਵਾ ਕਰਿਆ ਕਰੇਗੀ। ਸ਼ਰਦਾ ਧਰਹਿ ਦਾਸ ਫਲ ਲੇਵਹਿ। ਜਿਹੜੇ ਵੀ ਹਰਿਮੰਦਰ ਸਾਹਿਬ ਅਰ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣਗੇ ਉਹ ਸਾਰੇ ਸਿੱਖ ਮਨ ਇੱਛੇ ਫਲ ਪ੍ਰਾਪਤ ਕਰਿਆ ਕਰਨਗੇ। ਆਜ ਬਾਸ ਇਸ ਥਲ ਹੀ ਕੀਜਹਿ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਅੱਜ ਦੀ ਰਾਤ ਉੱਥੇ ਅੰਮ੍ਰਿਤਸਰ ਸਾਹਿਬ ਨਹੀਂ ਜਾਣਾ, ਇੱਥੇ ਰਾਮਸਰ ਸਾਹਿਬ ਵੀ ਸਾਰੇ ਕੱਟਾਂਗੇ, ਬਤੀਤ ਕਰਾਂਗੇ। ਹੋਤ ਪ੍ਰਾਤ ਕੋ ਤਹਿ ਗਮ ਨੀਜਹਿ। ਤੇ ਜਦੋਂ ਦਿਨ ਚੜ੍ਹੇਗਾ ਉਦੋਂ ਫਿਰ ਜਿਹੜਾ ਅੰਮ੍ਰਿਤ ਵੇਲੇ ਆਪਾਂ ਹਰਿਮੰਦਰ ਸਾਹਿਬ ਨੂੰ ਚਾਲਾ ਪਾਵਾਂਗੇ। ਸਭਨ ਆਹਾਰ ਕਰਿਓ ਸ਼ੁਭ ਖਾਨਾ। ਤੋ ਸਾਧ ਸੰਗਤ ਜੀ ਫਿਰ ਇਸ ਰਾਤ ਨਾ ਜਿੱਦਾਂ ਤੜਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹਰਿਮੰਦਰ ਸਾਹਿਬ ਵਿੱਚ ਸਥਾਪਨਾ ਹੈ, ਸੁਭਾਏਮਣ ਕਰਨਾ, ਉਸ ਰਾਤ ਰਾਮਸਰ ਸਾਹਿਬ ਹੀ ਸਾਰੀਆਂ ਸੰਗਤਾਂ ਰਹੀਆਂ, ਸਤਿਗੁਰੂ ਵੀ, ਤੇ ਇੱਥੇ ਹੀ ਭੋਜਨ ਪ੍ਰਸ਼ਾਦਾ ਤਿਆਰ ਹੋਇਆ, ਸਭ ਨੇ ਛਕਣਾ ਕੀਤਾ ਹੈ। ਭੂਮ ਸੈਨ ਕੀ ਨਸਤ ਸਥਾਨਾ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਲੰਗਾ ਲੱਗਿਆ ਕੱਲਿਆ ਸਤਿਗੁਰਾਂ ਦਾ, ਛਤਰ ਝੁੱਲਦਾ ਹੈ, ਚੰਦੋਆ ਸਾਹਿਬ ਚੌਰ ਸਾਹਿਬ ਹੁੰਦਾ ਹੈ,
ਇੱਕ ਹੀ ਪੰਡਾਲ ਵਿੱਚ ਪਲੰਗਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸਾਰੀਆਂ ਸੰਗਤਾਂ ਥੱਲੇ ਭੋਏ ਤੇ ਸੁੱਤੀਆਂ ਹਨ। ਗ੍ਰੰਥ ਸਾਹਿਬ ਆਦਰ ਕੇ ਹੇਤ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਵਧਾਉਣ ਵਾਸਤੇ, ਸਤਿਕਾਰ ਕਰਨ ਵਾਸਤੇ ਭੂਤਲ ਸੈਨੇ ਗੁਰੂ ਸਮੇਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮੇਤ ਸਾਰੀਆਂ ਸੰਗਤਾਂ ਖਾਲਸਾ ਜੀ ਭੋਏ ਤੇ ਸੁੱਤੀਆਂ ਹਨ। ਤੇ ਅਸੀਂ ਦਰਬਾਰਾਂ 'ਚ ਕੁਰਸੀਆਂ ਭਾਲਦੇ ਹਾਂ, ਤੋ ਸੱਚੇ ਪਾਤਸ਼ਾਹ ਮਹਾਰਾਜ ਖੁਦ ਵੀ ਹੇਠਾਂ ਬਰਾਜੇ ਹੈ, ਸਾਰੀ ਸੰਗਤ ਵੀ ਭੋਏ ਤੇ ਬਰਾਜੀ ਹੈ। ਹਿਰਦੈ ਵਿਚਾਰਨ ਸ਼੍ਰੀ ਗੁਰ ਕਰੈ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਬਰਾਜ ਗਏ ਤੇ ਰਾਤ ਨੂੰ ਮਹਾਰਾਜ ਸੁੱਤੇ ਨਾ, ਹਿਰਦੇ ਵਿੱਚ ਇਹ ਗੱਲ ਦੀ ਵਿਚਾਰ ਕਰਦੇ ਹਨ ਟਹਿਲ ਗ੍ਰੰਥ ਕੀ ਕੌਣ ਸੁਧਾਰੈ ਵੀ ਕੌਣ ਇਹੋ ਜਿਹਾ ਸਿੱਖ ਹੋਵੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਰਿਹਾ ਕਰੇਗਾ। ਭਾਵ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗ੍ਰੰਥੀ ਦੀ ਜਿਹੜੀ ਸੇਵਾ ਹੈ ਉਹ ਕਿਸ ਸਿੱਖ ਨੂੰ ਦਿੱਤੀ ਜਾਵੇ, ਵਿਚਾਰਦੇ ਹਨ। ਬੇਦੀ ਤੇ ਹੁਣ ਭੱਲੇ ਬੰਸ ਵੀ ਬੇਦੀਆਂ ਚੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਬੰਸ ਚੋਂ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ ਅੰਸ਼ ਬੰਸ ਉਸ ਦੇ ਵਿੱਚੋਂ ਚੁਣ ਲਈਏ ਤਾਂ ਸੋਢੀ ਜੇ ਕੁਲ ਕੇ ਅਵਤੰਸ਼ ਜੇ ਸੋਢੀ ਹੈ, ਚਾਹੇ ਜੇ ਉਹਨਾਂ ਵਿੱਚੋਂ ਜੇ ਅਸੀਂ ਕਿਸੇ ਨੂੰ ਇਹ ਸੇਵਾ ਦੇ ਦਈਏ ਵੀ ਸਾਡੇ ਸੋਢੀਆਂ ਚੋਂ, ਬੇਦੀਆਂ ਚੋਂ, ਤਿਹਣਾ ਚੋਂ ਤੇ ਗੁਰੂ ਅਮਰਦਾਸ ਮਹਾਰਾਜ ਕਿਆਂ ਵਿੱਚੋਂ ਨਿਜ ਕੁਲ ਕੋ ਇਨ ਕੋ ਹੰਕਾਰਾ ਪਰ ਇਹਨਾਂ ਤੋਂ ਸੇਵਾ ਸੰਭਣੀ ਨਹੀਂ, ਕਿਉਂਕਿ ਆਪ ਦੀ ਕੁਲ ਦਾ ਹੰਕਾਰ ਆ ਵੀ ਅਸੀਂ ਗੁਰੂ ਕੀ ਕੁਲ ਦੇ ਵਿੱਚੋਂ ਆ। ਇਹਨਾਂ ਸਾਰਿਆਂ ਵਿੱਚ ਬੜਾ ਹੰਕਾਰ ਹੈ। ਕਰਨਾ ਸਕਹਿਗੇ ਸੇਵ ਉਦਾਰਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਨਹੀਂ ਕਰ ਸਕਣਗੇ, ਕਿਉਂਕਿ ਆਪ ਪਹਿਲਾਂ ਹੀ ਕੁਝ ਬਣ ਕੇ ਬੈਠੇ ਹਨ, ਹੰਕਾਰੀ ਬਹੁਤ ਹਨ। ਇਹ ਸੇਵਕ ਕੀ ਵਸਤ ਸਦੀਵਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਜਿਹੜੀ ਹੈ, ਗ੍ਰੰਥੀ ਦੀ ਸੇਵਾ ਮਹਾਰਾਜ ਗਰੀਬ ਨਵਾਜ ਕਹਿੰਦੇ ਤਾਂ ਭਾਈ ਜਿਹੜੀ ਸੇਵਕ ਦੀ ਵਸਤੂ ਹੈ, ਕੋਈ ਵੱਡਿਆਂ ਦੀ ਵਸਤੂ ਨਹੀਂ, ਇਹ ਨੀਵਾਂ ਰਹਿਣ ਵਾਲੇ ਸਿੱਖ ਸੇਵਕ ਦੀ ਵਸਤੂ ਹੈ, ਸੇਵਾ ਹੈ। ਨਿਰਹੰਕਾਰ ਜਨਹਾ ਮਨ ਨੀਵਾ ਜਿਹਦਾ ਮਨ ਨੀਵਾ ਹੋਵੇ ਤੇ ਜਿਹੜਾ ਹੰਕਾਰ ਤੋਂ ਰਹਿਤ ਹੋਵੇ, ਹਿਰਦੇ ਵਿੱਚ ਹੰਕਾਰ ਨਾ ਹੋਵੇ, ਸੇਵਾ ਬਿਖੈ ਨਿਪੁੰਨ ਜੋ ਹੋਏ ਤੇ ਜਿਹੜਾ ਸੇਵਾ ਦੇ ਵਿੱਚ ਨਿਪੁੰਨ ਹੋਵੇ, ਸੇਵਾ ਤੇ ਭਾਵਨਾ ਰੱਖਦਾ ਹੋਵੇ, ਕਰੀਐ ਇਹਾਂ ਸਥਾਪਨ ਸੋਏ ਅਸੀਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਹਰਿਮੰਦਰ ਸਾਹਿਬ ਵਿੱਚ ਥਾਪਾਂਗੇ, ਬਣਾਵਾਂਗੇ ਗ੍ਰੰਥੀ ਸਾਹਿਬ। ਸ਼੍ਰੀ ਨਾਨਕ ਕੋ ਦਰਸ਼ਨ ਕੀਨ ਤੋ ਫਿਰ ਵਿਚਾਰਿਆ ਵੀ ਇੱਕ ਕਿਹਨੂੰ ਬਣਾਈਏ, ਵਿਚਾਰਦੇ ਖਿਆਲ ਆਇਆ ਵੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੈ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੀ ਦਰਸ਼ਨ ਕੀਤੇ ਹਨ। ਆਸ ਬੁੱਢਾ ਵਿੱਚ ਸੇਵ ਪ੍ਰਬੀਨ ਤੇ ਸੇਵਾ ਚੋਂ ਸਭ ਤੋਂ ਵੱਡੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਹੈ। ਇਮ ਵਿਚਾਰ ਕਰ ਨਿੰਦਰਾ ਪਾਈ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਕਰਾਂਗੇ। ਅੰਮ੍ਰਿਤ ਵੇਲੇ ਜਦੋਂ ਸਰੂਪ ਦਾ ਪ੍ਰਕਾਸ਼ ਹੋਵੇਗਾ, ਪਹਿਲੀ ਵਾਰ ਹਰਿਮੰਦਰ ਸਾਹਿਬ ਅੰਦਰ ਇਹ ਵਿਚਾਰ ਕੇ ਮਹਾਰਾਜ ਜੀ ਬਰਾਜੇ ਐ, ਸੈਣ ਕਰ ਲਈ ਸੌਂ ਗਏ ਹਨ। ਜਾਗੇ ਜਾਮਣ ਜਾਮ ਰਹਾਈ ਜਦੋਂ ਦੋ ਪਹਿਰ ਜਾਂ ਪਹਿਰ ਰਾਤ ਰਹਿ ਗਈ, ਖਾਲਸਾ ਜੀ ਸਤਿਗੁਰੂ ਬਰਾਜੇ ਹੋਏ ਉੱਠੇ ਹਨ, ਸੰਗਤਾਂ ਵੀ ਉੱਠ ਪਈਆਂ ਹਨ। ਬੁੱਢਾਪਣ ਗੁਰਦਾਸ ਸੋ ਜਾਗੇ ਭਾਈ ਗੁਰਦਾਸ ਜੀ ਵੀ ਜਾਗ ਪਏ, ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਜਾਗ ਗਏ ਐ। ਸ਼੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਜਿਨ੍ਹਾਂ ਸਿੱਖਾਂ ਦੇ ਅੰਦਰ ਬਹੁਤ ਭਾਰੀ ਪ੍ਰੇਮ ਹੈ। ਤੋ ਇਸ ਤਰ੍ਹਾਂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਰਾਤ ਇੱਥੇ ਭੋਏ ਤੇ ਵਿਰਾਜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੀ ਤਾਬਿਆ ਕਿਹਨੂੰ ਕਰਨਾ, ਉਹ ਵਿਚਾਰ ਕਰਦੇ ਕਰਦੇ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਦਾ ਖਿਆਲ ਮਹਾਰਾਜ ਨੂੰ ਆਇਆ। ਫਿਰ ਸਤਿਗੁਰਾਂ ਨੇ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਰੂਪ ਸੀਸ ਤੇ ਚੁਕਾ ਕੇ ਸਰੂਪ ਸੀਸ ਤੇ ਲਿਆ ਬਾਬਾ ਬੁੱਢਾ ਸਾਹਿਬ ਜੀਆਂ ਤੇ ਅੰਮ੍ਰਿਤਸਰ ਜਿੱਥੇ ਹਰਿਮੰਦਰ ਸਾਹਿਬ ਦਾ ਸਥਾਨ ਹੈ, ਇੱਥੇ ਖਾਲਸਾ ਜੀ ਪਹਿਲਾ ਪ੍ਰਕਾਸ਼ ਹੋਇਆ। ਤੋ ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਬਾਬਾ ਸਾਹਿਬ ਹੁਕਮ ਲਓ। ਫਿਰ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲਿਆ ਖਾਲਸਾ ਜੀ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਹੁਕਮ ਆਇਆ, ਉਹ ਪਾਵਨ ਹੁਕਮ ਦੀ ਔਰ ਸਤਿਗੁਰਾਂ ਦੀ ਜਿਹੜੀ ਕਥਾ ਹੈ, ਸੋਭਾ ਹੈ, ਉਸ ਦੀ ਵਿਚਾਰ ਆਪਾਂ ਕੱਲ੍ਹ ਦੇ ਦੀ ਬਾਣ ਵਿੱਚ ਕਰਾਂਗੇ। ਜਿਵੇਂ ਫਿਰ ਉੱਥੇ ਮਹਾਰਾਜ ਸਤਿਗੁਰਾਂ ਨੇ ਮਰਿਆਦਾ ਤੋਰੀ ਹਰਿਮੰਦਰ ਸਾਹਿਬ ਦੀ, ਜਿਵੇਂ ਆਵੇਗੀ ਕਥਾ ਆਪਾਂ ਸੁਣਾਂਗੇ। ਜੀ ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਮ ਵਿਚਾਰ ਕਰ ਨਿੰਦਰਾ ਪਾਈ
ਜਾਗੇ ਜਾਮਣ ਜਾਮ ਰਹਾਈ, ਬੁੱਢਾ ਪੁਣ ਗੁਰਦਾਸ ਸੁਜਾਗੇ। ਸ਼੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश। हे पूरन हे सर्वमय दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी होवन हार। हे संतह कै सदा संग निधारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो हिय परोय। आए प्रभ सरनागति कृपा निध दयाल। एक अखर हर मन बसत नानक होत निहाल। कथा निता प्रत होत है सुनहु सिंह सुजान। नानक गुरु गोबिंद सिंह जी सदा करह कल्याण। वाहिगुरु नाम जहाज है चढ़े सो उतरे पार। जो शरधा कर सेवंदे वाहिगुरु पार उतारन हार। जो शरधा कर सेवंदे वाहिगुरु पार उतारन हार। वाहिगुरु जी का खालसा वाहिगुरु जी की फतेह।